श्री वाहिगुरु। सतनाम श्री वाहिगुरु। मैं तान दीवान तू है मेरे स्वामी, मैं तुदे आगे अरदास, मैं होर थाओ नाहि जिस पै करो बेनंती। मेरा दुख सुख तुझे ही पास, तर जी अरे एक टेक तू लाहे बडानी आस। नानक नाम ध्याईऐ कारज आवै रास। गुरपुरा जिन सिमरिया सेई पए निहाल। नानक नाम आराधना कारज आवै रास। लख खुशियां पातशाहियां जे सतगुरु नदर करे। निमख एक हर नाम दे मेरा मन तन शीतल होए। जेता जियो पिंड सब तेरा तू अंतर जामी पुरख भगवान। दासन दास कहे जन नानक जे हा तू कराए हे तेहा हो करी बख्यान। बहुते फेर पए कृपण को अब किस कृपा की जय जी। फेर पए कृपण को अब किस कृपा की जय जी। फेर पाए कृपण को अब किस कृपा की जय जी। बहुते फेर पाए कृपण को अब किस कृपा की जय जी। अब किस कृपा की जय जी। कृपा की जय जी अब किस कृपा की जय जी। जी अब की कृपा की जय जी। कृपा की जय जी अब की कृपा की जय जी।
कृपा की जय जी, कृपा की जय जी, कृपा की जय जी, कृपा की जय जी। कृपा की जय जी, कृपा की जय जी, कृपा की जय जी, अब किस कृपा की जय जी। फेर पई कृपण को अब किस कृपा की जय जी। बहुते फेर पई कृपण को अब किस कृपा की जय जी। हम पीखक पेखारी तेरे, तू निज पत है दाता। हो दया नाम दो मंगत जन को, सदा रहो रंग राता। हों कुर्बान जाऊं साचे तेरे नाम विटो। कारण कारण सबना का एको, अवर ना दूजा कोई। बहुते फेर पए कृपण को, अब किस कृपा की जय। तो दयाल दर्शन देहो अपना, ऐसी बख्श करी जय। पनत नानक भरम पट खुले, गुर प्रसादी जानिया। साची लिव लागी है भीतर, सतगुर स्यों मन मानिया। मैं गरीब सच टेक तू मेरे सतगुर पूरे। देख तुम्हारा दर्शन मेरा मन धीरे। वाहिगुरु अब किछ कृपा की जय। होते फेर पए, वाहिगुरु अब किछ कृपा की जय। होते फेर पए, वाहिगुरु अब किस कृपा की जय जी। कृपा की जय। होते फेर पए, वाहिगुरु अब किस कृपा की जय। होते
बहुते फेर पए। बहुते जी फेर पए, बहुते जी 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 फेर पए। वाहिगुरु अब किस कृपा कीजै जी कृपा कीजै, बहुते फेर पए। वाहिगुरु अब किस कृपा कीजै, बहुते फेर पए। कृपा करो दीन के दाते, मेरा गुण अवगुना विचारो कोई। माटी का क्या तो पैसा, मानस कीमत यही। परम सत्कारयोग सतगुरां दी साजी निवाजी गुरु स्वरूप गुरु खालसा साध संगत जी, आप जितनियां भी गुरसिख संगतां दूरों नेड़ों चल के अपने कारां विहारां नूं पिछे छड्ड के काफ़ी समय तो हाजरा हजूर जहरा जहूर सर्ब कला भरपूर बाणी के बोहित
ਗੁਰੂਆਂ ਦੇ ਗੁਰੂ, ਧਾਰਮਿਕ ਗ੍ਰੰਥਾਂ ਦੇ ਗਿਆਤਾ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ ਦੇ ਮਾਲਕ ਸਤਿਗੁਰੂ 10 ਪਾਤਸ਼ਾਹਾਂ ਦੀ ਹਾਜ਼ਰ ਨਾਜ਼ਰ ਪ੍ਰਤੱਖ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਪਹੁੰਚ ਕੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨ ਕੋਈ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਉਚਾਰੀ ਹੋਈ ਬਾਣੀ ਭੋਗ ਦੇ ਸ਼ਲੋਕ ਸਰਵਣ ਕਰਕੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁੱਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ। ਸੋ ਜਿਤਨੀਆਂ ਵੀ ਸੰਗਤਾਂ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੀਆਂ ਹਨ, ਪ੍ਰੇਮ ਭਾਵਨਾ, ਸ਼ਰਧਾ, ਨਿਰਮਾਣਤਾ, ਇਕਾਗਰਤਾ ਦੇ ਨਾਲ ਗੁਰੂ ਚਰਨਾਂ ਵਿੱਚ ਬੈਠਣਾ ਹੈ। ਜਿੰਨਾ ਸਮਾਂ ਵੀ ਬੈਠਣਾ ਹੈ, ਜਿੰਨੀ ਵੀ ਸੰਗਤ ਆ ਰਹੀ ਹੈ, ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਮਾਈਆਂ ਵਾਲੇ ਪਾਸੇ ਮਾਈਆਂ ਬੀਬੀਆਂ ਔਰ ਭਾਈਆਂ ਵਾਲੇ ਪਾਸੇ ਭਾਈ ਪਿਆਰ ਦੇ ਨਾਲ ਬੈਠ ਕੇ ਗੁਰੂ ਕਾ ਜਸ, ਗੁਰੂ ਕਾ ਇਤਿਹਾਸ, ਗੁਰੂ ਕਾ ਕੀਰਤਨ, ਗੁਰੂ ਕੀ ਬਾਣੀ ਸਰਵਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾਉਣਾ ਹੈ। ਜਿਤਨੀਆਂ ਵੀ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਬੈਠੀਆਂ ਹਨ, ਆਪਣੀ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਔਰ ਮਨ ਦੀ ਇਕਾਗਰਤਾ ਵਾਸਤੇ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਬਖਸ਼ਿਆ ਹੋਇਆ ਨਾਰਾ ਪੰਥ ਨੂੰ ਫਤਿਹ ਦਾ ਸਾਰੇ ਬੁਲੰਦ ਕਰੋ, ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਸਰਦਾਰ ਬਲਬੀਰ ਸਿੰਘ ਸਤਿਕਾਰਯੋਗ ਸਾਡੇ ਮਾਸੜ ਜੀ, ਉਹਨਾਂ ਦੇ ਸਪੁੱਤਰ ਸਰਦਾਰ ਜਸਵਿੰਦਰ ਸਿੰਘ, ਸਰਦਾਰ ਬਲਵਿੰਦਰ ਸਿੰਘ, ਜਿਨ੍ਹਾਂ ਉੱਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਸੋਹਣੇ ਮਹਿਲ, ਸੋਹਣੇ ਘਰ ਬਖਸ਼ਿਸ਼ ਕੀਤੇ ਹਨ। ਸੋ ਸੋਹਣੇ ਮਹਿਲ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਹੈ। ਬੇਸ਼ੱਕ ਆਪਾਂ ਰੋਜ਼ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਤਾਂ ਗੁਰੂ ਸਾਹਿਬ ਜੀ ਇਹੀ ਬਚਨ ਕਹਿੰਦੇ ਆ, ਇਹ ਭੇ ਦਾਤ ਤੇਰੀ ਦਾਤਾ। ਦੁਨੀਆ ਦੇ ਵਿੱਚ ਜਿੰਨੀਆਂ ਵੀ ਵਸਤੂਆਂ ਨੇ, ਜਿੰਨੇ ਪਦਾਰਥ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਦਾਤਾਂ ਨੇ। ਬੇਸ਼ੱਕ ਆਪਾਂ ਇਸ ਨੂੰ ਮੰਨੀਏ ਜਾਂ ਨਾ ਮੰਨੀਏ, ਆਪਣੀ ਸੋਚ ਹੈ, ਪਰ ਹੈ ਪ੍ਰਮਾਤਮਾ ਦਾ ਸਾਰਾ ਕੁਝ। ਸੋ ਅਕਾਲ ਪੁਰਖ ਵਾਹਿਗੁਰੂ ਨੇ ਸੋਹਣੇ ਮਹਿਲ ਬਖਸ਼ਿਸ਼ ਕੀਤੇ ਹਨ ਪਰਿਵਾਰ ਨੂੰ, ਤੇ ਉਸ ਮਹਿਲਾਂ ਨੂੰ ਪਾ ਕੇ ਮਹਿਲਾਂ ਨੂੰ ਦੇਣ ਵਾਲੇ ਦਾਤੇ ਨੂੰ ਚੇਤਾ ਕੀਤਾ ਪਰਿਵਾਰ ਨੇ। ਚੇਤਾ ਕਰਦਿਆਂ ਸ਼ੁਕਰਾਨਾ ਕੀਤਾ। ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ, ਜਿਨ੍ਹਾਂ ਦੇ ਗੁਰੂ ਦੀ ਕਿਰਪਾ ਦੇ ਸਦਕਾ ਭੋਗ ਪੈ ਚੁੱਕੇ ਹਨ। ਸੋ ਆਪਾਂ ਸਾਰੇ ਮਾਈ ਪਾਈ, ਜਿਵੇਂ ਗੁਰੂ ਸਾਹਿਬ ਜੀ ਦਾ ਬਚਨ ਹੈ, ਭਗਤ ਨਵੈ ਪ੍ਰਕਾਰਾ, ਪੰਡਤ ਵੇਦ ਬੁਕਾਰਾ। 9 ਪ੍ਰਕਾਰ ਦੀ ਭਗਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੋਈ ਹੈ। ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਆਪਣੇ ਮੁਰਸ਼ਦ ਅੱਗੇ, ਆਪਣੇ ਪੈਗੰਬਰ ਅੱਗੇ, ਆਪਣੇ ਗੁਰੂ ਦੇ ਅੱਗੇ ਲੰਮਾ ਪੈ ਕੇ ਡੰਡੋਤ ਕਰਨਾ, ਇਹ ਵੀ ਭਗਤੀ ਹੈ। ਇੱਕ ਤਾਂ ਆਪਾਂ ਨਮਸਕਾਰ ਕਰਦੇ ਆ ਨਾ ਮੱਥਾ ਲਾ ਕੇ, ਇੱਕ ਹੁੰਦਾ ਲੰਮਾ ਪੈ ਕੇ 8 ਅੰਗ ਲਾ ਕੇ, ਪੈਰ, ਗੋਡੇ, ਮੱਥਾ, ਨੱਕ, ਹੱਥ, ਇਹ 8 ਅੰਗ ਲੱਗਦੇ ਆ ਗੁਰੂ ਦੇ ਅੱਗੇ। ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਡੰਡੋਤ ਬੰਦਨਾ ਦੱਸਦੀ ਹੈ। ਜਿਹੜੇ ਜ਼ਿਆਦਾ ਸ਼ਰਧਾ ਭਾਵਨਾ, ਪ੍ਰੇਮ, ਨਿਰਮਾਣਤਾ ਰੱਖਦੇ ਆ, ਤੁਸੀਂ ਕਦੇ ਕਦੇ ਦੇਖਿਓ ਸਮਾਗਮਾਂ ਦੇ ਵਿੱਚ ਵੀ ਹੋਣ, ਭਾਵੇਂ ਉਹ ਘਰ 'ਚ ਹੋਣ ਤੇ ਭਾਵੇਂ ਪਿੰਡ ਦੇ ਵਿੱਚ, ਮੱਥਾ ਟੇਕਣ ਨੂੰ ਲੰਮਾ ਪੈ ਕੇ ਡੰਡੋਤ ਕਰਦੇ ਆ। ਅਸੀਂ ਵੀ ਦੇਖੇ ਆ। ਕੀ ਹੈ ਦੁਨੀਆ ਦੀ ਲਾਜ, ਵੀ ਦੁਨੀਆ ਕੀ ਕਹੇਗੀ, ਲੋਕ ਕੀ ਕਹਿਣਗੇ।
ਸਾਧ ਸੰਗਤ ਜੀ, ਦੁਨੀਆ ਕਦੇ ਕਿਸੇ ਦੀ ਬਣੀ ਨਹੀਂ, ਨਾ ਇਹਨੇ ਬਣਨਾ, ਨਾ ਖੁਸ਼ ਹੋਈ ਹੈ, ਨਾ ਹੋਣਾ ਕਦੇ। ਆਪਣੀਆਂ ਜ਼ਿੰਦਗੀਆਂ ਲੰਘ ਜਾਂਦੀਆਂ ਨੇ, ਉਹਨੂੰ ਮਨਾ ਲਈਏ, ਉਹਨੂੰ ਖੁਸ਼ ਕਰ ਲਈਏ, ਉਹਨੂੰ ਮਨਾ ਲਈਏ, ਇਹਦੇ ਵਿੱਚ ਹੀ ਬੰਦਾ ਲੰਘ ਜਾਂਦਾ। ਪਰ ਦੁਨੀਆ ਫੇਰ ਉੱਥੇ ਦੀ ਉੱਥੇ ਖੜੀ ਹੈ। ਜਿਹਦਾ ਨਾਂ ਦੁਨੀਆ ਤੇ ਮਹਾਂਪੁਰਸ਼ ਬਚਨ ਕਰਿਆ ਕਰਦੇ ਆ, ਕਹਿੰਦੇ ਦੁਨੀਆ ਦੋ ਸ਼ਬਦ ਤੋਂ ਬਣਿਆ ਹੋਇਆ। ਦੋਵੇਂ ਪਾਸੇ ਚੱਲਣ ਵਾਲੇ ਦਾ ਨਾਂ ਦੁਨੀਆ ਹੈ। ਵੀ ਜੇ ਸਹੀ ਹੈ ਤਾਂ ਵੀ ਦੁਨੀਆ, ਤੇ ਜੇ ਥੋੜ੍ਹਾ ਬਹੁਤਾ 19-21 ਹੋ ਜਾਵੇ ਫਿਰ ਜ਼ਿਆਦਾ ਭੰਡਦੇ ਆ। ਦੁਨੀਆ ਦੋਵੇਂ ਪਾਸੇ ਚੱਲ ਜਾਣਾ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ 9 ਪ੍ਰਕਾਰ ਦੀ ਭਗਤੀ ਦਰਸਾਉਂਦੇ ਆ। ਬੰਦਨਾ ਕਰਨੀ ਆਪਣੇ ਗੁਰੂ ਦੇ ਅੱਗੇ ਲੰਮਾ ਪੈ ਕੇ, ਇਹ ਵੀ ਭਗਤੀ ਹੈ। ਗੁਰੂ ਅੱਗੇ ਹੱਥ ਜੋੜ ਕੇ ਨਮਸਕਾਰ ਕਰਨੀ, ਇਹ ਵੀ ਭਗਤੀ ਹੈ। ਗੁਰੂ ਕੀ ਵਡਿਆਈ ਕਰਨੀ ਜੀਭ ਦੇ ਨਾਲ, ਰਸਨਾ ਦੇ ਨਾਲ, ਇਹ ਵੀ ਭਗਤੀ ਹੈ। ਗੁਰੂ ਕੀ ਵਡਿਆਈ ਕੀਰਤਨ ਕਥਾ ਬਾਣੀ ਸਰਵਣ ਕਰਨੀ, ਇਹ ਵੀ ਭਗਤੀ ਹੈ। ਸੁਰਤੀ ਬਿਰਤੀ ਨੂੰ ਟਿਕਾ ਕੇ ਸਿਮਰਨ ਕਰਨਾ, ਇਹ ਵੀ ਭਗਤੀ ਹੈ। ਇਸ ਤਰ੍ਹਾਂ ਕਰਕੇ 9 ਪ੍ਰਕਾਰ ਦੀ ਭਗਤੀ ਲਿਖੀ ਹੈ ਮਹਾਰਾਜ ਨੇ। ਸੋ 9 ਪ੍ਰਕਾਰ ਦੀ ਭਗਤੀ ਦੇ ਵਿੱਚ ਉੱਤਮ ਭਗਤੀ ਮਹਾਰਾਜ ਜੀ ਲਿਖਦੇ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕੰਡੀਸ਼ਨ ਰੱਖੀ ਹੈ ਕੀਰਤਨ ਦੇ ਵੀ ਮਹਾਰਾਜ ਨੇ। ਇਹ ਨਹੀਂ ਕਿਹਾ ਵੀ ਕੀਰਤਨ ਕਰਕੇ ਰੱਬ ਨੂੰ ਮਿਲ ਜਾਵਾਂਗੇ, ਨਹੀਂ। ਹਰ ਗੱਲ ਦੀ ਕੰਡੀਸ਼ਨ ਰੱਖੀ ਹੈ ਮਹਾਰਾਜ ਨੇ। ਸੋ ਗੁਰੂ ਸਾਹਿਬ ਜੀ ਕਹਿੰਦੇ ਆ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਇੱਥੇ 2 ਸ਼ਬਦ ਨੇ, ਗੁਰਮੁਖ ਤੇ ਧਿਆਨਾ। ਗੁਰਮੁਖ ਕੌਣ ਹੁੰਦਾ ਹੈ? ਗੁਰਮੁਖ ਦੀ ਡੈਫੀਨੇਸ਼ਨ ਮਹਾਰਾਜ ਨੇ ਬਾਣੀ ਦੇ ਵਿੱਚ ਲਿਖੀ ਹੈ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਦੇ ਬਚਨ ਨੂੰ ਜਿਹੜਾ ਸਤ ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨੈ ਬਖਿਆਨੀ, ਜਿਹੜਾ ਗੁਰੂ ਦਾ ਬਚਨ 3 ਕਾਲਾਂ ਦੇ ਵਿੱਚ ਸੱਤ ਮੰਨ ਜਾਂਦਾ ਹੈ। ਜੋ ਹੋ ਰਿਹਾ ਮੇਰਾ ਗੁਰੂ ਕਰ ਰਿਹਾ ਹੈ, ਜੋ ਪਿੱਛੇ ਹੋਇਆ ਗੁਰੂ ਨੇ ਕੀਤਾ ਹੈ, ਜੋ ਆਉਣ ਵਾਲਾ ਸਮਾਂ ਗੁਰੂ ਨੇ ਕਰਕੇ ਦਿਖਾ ਦੇਣਾ ਹੈ। 3 ਕਾਲਾਂ ਦੇ ਵਿੱਚ ਸੱਤ ਹੈ ਗੁਰੂ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇਹ ਗੁਰੂ ਦੇ ਵਿੱਚ ਤਾਕਤ ਹੈ। ਸੋ ਗੁਰੂ ਦੇ ਉੱਤੇ ਨਿਸ਼ਚੈ, ਭਰੋਸਾ, ਵਿਸ਼ਵਾਸ, ਪ੍ਰੀਤ, ਪ੍ਰਤੀਤ ਆਪਣੀ ਰੱਖਣੀ ਗੁਰੂ ਦੇ ਉੱਤੇ। ਤਾਂ ਕਰਕੇ ਉਹਨੂੰ ਗੁਰਮੁਖ ਕਹਿੰਦੇ ਆ। ਗੁਰੂ ਨੇ ਕਿਹਾ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ। ਹੁਣ ਸਿੱਖ ਨੂੰ ਗੁਰੂ ਤਾਂ ਕਹਿੰਦਾ ਅੰਮ੍ਰਿਤ ਵੇਲੇ ਉੱਠ, ਸਿੱਖ ਕਹਿੰਦਾ ਮੇਰੀ ਨੀਂਦ ਨਹੀਂ ਪੂਰੀ ਹੁੰਦੀ ਜੇ ਤੂੰ ਠਾਨਾ ਮੈਨੂੰ, ਫਿਰ ਗੁਰੂ ਦੀ ਪ੍ਰੀਤੀ ਤੇਰੀ ਕਾਹਦੀ ਹੈ? ਬਾਬਾ ਫਰੀਦ ਜੀ ਬਚਨ ਕਰਦੇ ਆ, ਕਹਿੰਦੇ ਜਿਨ੍ਹਾਂ ਨੇ ਰੱਬ ਨੂੰ ਮਿਲਣਾ ਹੈ, ਰੱਬ ਦੇ ਦਰਸ਼ਨ ਕਰਨੇ ਹੈ, ਰੱਬ ਤੋਂ ਦਾਤਾਂ ਲੈਣੀਆਂ ਨੇ, ਸਭ ਤੋਂ ਪਹਿਲਾ ਗੁਣ ਉਹਦੇ ਵਿੱਚ ਅੰਮ੍ਰਿਤ ਵੇਲੇ ਉੱਠੇਗਾ ਉਹ। ਕਿਉਂਕਿ ਘਾਲਣਾ ਤੋਂ ਬਿਨਾਂ ਤਾਂ ਦੁਨੀਆ ਵਿੱਚ ਕੱਖ ਵੀ ਨਹੀਂ ਹੈ। ਤੁਸੀਂ ਘਰੇ ਦੇ ਵਿੱਚ ਆਪਣੇ ਘਰਾਂ ਪਰਿਵਾਰਾਂ ਵਿੱਚ ਆਪਾਂ ਆਮ ਰਹਿਣ ਵਾਲੇ ਹਾਂ ਸਾਰੇ। ਤੁਸੀਂ ਕੋਈ ਵੀ ਕੰਮ ਛੱਡ ਕੇ ਚਾਦਰ ਤਾਣ ਕੇ ਪੈ ਜਾਓ, ਬਾਹਰੋਂ ਕੋਈ ਬੇਸ਼ੱਕ ਨਾ ਗਈ, ਘਰ ਦੇ ਹੀ ਪਹਿਲਾਂ ਹੁੱਜਾ ਮਾਰ ਲੱਗ ਪੈਣਗੇ, ਤੂੰ ਉੱਠ ਪੈ, ਹੁਣ ਕੰਮ ਤੇ ਨਹੀਂ ਜਾਣਾ, ਡੰਗਰ ਪਸ਼ੂ ਨਹੀਂ ਦੇਖਣਾ। ਸੋ ਇੱਕ ਦੁਨਿਆਵੀ ਰੋਟੀ ਖਾਣ ਵਾਸਤੇ ਵੀ ਬੰਦੇ ਨੂੰ ਹੱਥ ਪੈਰ ਹਿਲਾਣੇ ਪੈਂਦੇ ਆ, ਫਿਰ ਰੱਬ ਨੂੰ ਮਿਲਣ ਵਾਸਤੇ ਤਾਂ ਬਹੁਤ ਕੁਝ ਕਰਨਾ ਬਾਕੀ ਹੈ। ਇੱਥੇ ਆ ਕੇ ਆਪਾਂ ਕਹਿ ਦਿੰਦੇ ਹਾਂ ਕੋਈ ਨਹੀਂ ਜਪ ਲਾਂਗੇ, ਬਹੁਤ ਜ਼ਿੰਦਗੀ ਪਈ ਹੈ, ਬਹੁਤ ਸਮਾਂ ਪਿਆ। ਕਿੱਥੇ ਸਮਾਂ ਪਿਆ? ਛਿਨ ਛਿਨ ਆਉਦ ਬਿਹਾਤ ਹੈ, ਆਪਣੀ ਤਾਂ ਛਿਨ ਛਿਨ ਲੰਘ ਰਹੀ ਹੈ। ਜੇ ਸੁੱਤੇ ਆ ਤਾਂ ਵੀ ਲੰਘ ਰਹੀ ਹੈ, ਜਾਗ ਰਹੇ ਆ ਤਾਂ ਵੀ ਲੰਘ ਰਹੀ ਹੈ, ਜੇ ਆਪਾਂ ਚੱਲ ਰਹੇ ਆ ਤਾਂ ਵੀ ਬੀਤ ਰਹੀ ਹੈ, ਜੇ ਆਪਾਂ ਦੌੜ ਰਹੇ ਆ ਤਾਂ ਵੀ ਬੀਤ ਰਹੀ ਹੈ। ਆਪਣੇ ਨਾਲ ਤਾਂ ਜਿਵੇਂ ਗੱਡੀਆਂ ਸਟੇਸ਼ਨਾਂ ਤੋਂ ਤੁਰੀਆਂ ਹੋਈਆਂ ਨੇ, ਉਹਨਾਂ ਨੇ ਆਪਣੇ ਜੰਕਸ਼ਨ ਤੇ ਸਟੇਸ਼ਨ ਤੇ ਪਹੁੰਚ ਜਾਣਾ ਹੈ। ਆਪਣੀ ਜ਼ਿੰਦਗੀ ਦੀ ਜਿਹੜੀ ਗੱਡੀ ਆ ਉਹ ਤਾਂ ਤੁਰੀ ਹੋਈ ਆ ਆਪਣੇ ਏਮ ਤੋਂ, ਉਹਨੇ ਆਪਣੇ ਮੰਜ਼ਿਲੇ ਮਕਸੂਦ ਤੇ ਪਹੁੰਚਣਾ। ਪਰ ਵਿਚਾਲੇ ਕਿੰਨੇ ਸਟੇਸ਼ਨ ਆਏ, ਤੁਸੀਂ ਕਿੱਥੇ ਉਤਰੇ, ਕੀ ਕੀਤਾ ਕੀ ਨਹੀਂ ਕੀਤਾ, ਇਹ ਸਾਰਾ ਕੁਝ ਤਾਂ ਹਰ ਗੱਲ ਤੁਹਾਡੀ ਰਿਕਾਰਡ ਵਿੱਚ ਜਾ ਰਹੀ ਹੈ ਨਾ। ਤੁਸੀਂ ਦੇਖੋ ਕੀ ਕਰ ਰਹੇ ਹੋ, ਜਾਗ ਰਹੇ ਹੋ, ਸੋ ਰਹੇ ਹੋ, ਬੈਠ ਰਹੇ ਹੋ, ਕਮਾ ਰਹੇ ਹੋ, ਕੁਝ ਕਰ ਰਹੇ ਹੋ ਜਾਂ ਗਵਾ ਰਹੇ ਹੋ। ਸੋ ਇਸ ਕਰਕੇ ਗੁਰੂ ਸਾਹਿਬ ਜੀ ਦੇ ਮੋਹਲਕ ਬਚਨ ਨੇ ਵੀ ਸਿੱਖ ਦੇ ਵਿੱਚ ਪਹਿਲਾ ਗੁਣ ਹੈ ਅੰਮ੍ਰਿਤ ਵੇਲੇ ਦਾ ਉੱਠਣਾ।
ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੈ, ਕਹਿੰਦੇ ਅੰਮ੍ਰਿਤ ਵੇਲੇ ਦਾ ਜਾਗਣ ਦੇ ਨਾਲ ਬਹੁਤ ਅਕਾਲ ਪੁਰਖ ਵਾਹਿਗੁਰੂ ਦੀ ਉਹਦੇ ਉੱਤੇ ਕਿਰਪਾ ਹੁੰਦੀ ਹੈ, ਰਹਿਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ, ਜਿਹੜਾ ਅੰਮ੍ਰਿਤ ਵੇਲੇ ਉੱਠ ਪੈਂਦਾ। ਹੁਣ ਆਪਾਂ ਸੋਚਾਂਗੇ ਅੰਮ੍ਰਿਤ ਵੇਲੇ ਤਾਂ ਹੋਰ ਵੀ ਦੁਨੀਆ ਉੱਠ ਪੈਂਦੀ ਹੈ, ਵਿਹਾਰੀ ਲੋਕ ਵੀ ਉੱਠ ਪੈਂਦੇ ਨੇ, ਪਸ਼ੂਆਂ ਵਾਲੇ ਵੀ ਉੱਠ ਪੈਂਦੇ ਆ, ਜਿਨ੍ਹਾਂ ਨੇ ਡੰਗਰ ਪਸ਼ੂ ਸਾਂਭਣਾ ਹੁੰਦਾ, ਜਿਨ੍ਹਾਂ ਨੇ ਮੰਡੀਆਂ ਵਿੱਚ ਜਾ ਕੇ ਹੋਕੇ ਲਾਣੇ ਨੇ, ਉਹ ਵੀ 4 ਵਜੇ ਪਹੁੰਚ ਜਾਂਦੇ ਆ। ਸੋ ਅੰਮ੍ਰਿਤ ਵੇਲੇ ਉੱਠਣ ਦਾ ਵੀ ਕੁਝ ਮਤਲਬ ਹੈ। ਗੁਰੂ ਸਾਹਿਬ ਜੀ ਨੂੰ ਪੁੱਛਦੇ ਆ, ਮਹਾਰਾਜ ਅੰਮ੍ਰਿਤ ਵੇਲੇ ਕਿਵੇਂ ਉੱਠਣਾ ਚਾਹੀਦਾ ਤੇ ਕਰਨਾ ਕੀ ਚਾਹੀਦਾ ਉੱਠ ਕੇ? ਗੁਰੂ ਸਾਹਿਬ ਜੀ ਬਚਨ ਕਰਦੇ ਆ, ਪਹਿਲਾਂ ਤਾਂ ਸਿੱਖ ਦੀ ਪ੍ਰੀਤੀ ਦਰਿਆ ਦੇ ਨਾਲ ਹੈ। ਜਿਹੜਾ ਸਿੱਖ ਹੈ ਨਾ, ਉਹਦੀ ਜਿਹੜੀ ਪ੍ਰੀਤੀ ਹੈ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ, ਉਹਦੀ ਪ੍ਰੀਤੀ ਪਾਣੀ ਦੇ ਨਾਲ ਹੈ, ਭਾਵ ਕੇ ਇਸ਼ਨਾਨ ਪਾਣ ਕਰਕੇ। ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁੱਖ ਸੱਚਾ ਨਾਉ। ਅੰਮ੍ਰਿਤ ਵੇਲੇ ਉੱਠਣਾ, ਪਹਿਲੇ ਸਮਿਆਂ ਦੇ ਵਿੱਚ ਦਰਿਆ ਆਦਿਕ ਤੇ ਜਾ ਕੇ, ਖੂਹਾਂ ਤੇ ਜਾ ਕੇ ਪਾਣੀ ਕੱਢ ਕੇ ਇਸ਼ਨਾਨ ਕਰਕੇ ਸਿੱਖ ਚੌਂਕੜਾ ਲਾ ਕੇ ਸੁਰਤੀ ਦੇ ਨਾਲ ਸ਼ਬਦ ਦੀ ਕਮਾਈ ਕਰਿਆ ਕਰਦੇ ਸੀਗੇ। ਹੁਣ ਦੇ ਮੁਤਾਬਕ ਸਾਧਨ ਤੇਜ਼ ਨੇ, ਤੁਸੀਂ ਘਰੇ ਉੱਠੋ, ਟੂਟੀ ਚਲਾਓ, ਪਾਣੀ ਉਸੇ ਟਾਈਮ ਹੀ ਭਰ ਜਾਂਦਾ ਹੈ, ਇਸ਼ਨਾਨ ਪਾਣ ਕਰਕੇ ਤਿਆਰ ਹੋ ਜਾਓ। ਸੋ ਸਿੱਖ ਦਾ ਪਹਿਲਾ ਗੁਣ ਹੈ ਗੁਰੂ ਵਾਲਾ ਬੰਨਾ, ਪੀਵੋ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਜਿਹੜੇ ਲੋਕ ਨਾਸਤਕ ਨੇ, ਰੱਬ ਨੂੰ ਨਹੀਂ ਮੰਨਦੇ, ਉਹ ਗੁਰੂ ਦੇ ਹਰ ਬਚਨ ਤੇ ਕਿੰਤੂ ਕਰਦੇ ਆ, ਚਿੰਤਾ ਪ੍ਰਗਟਾਉਂਦੇ ਆ, ਕਹਿੰਦੇ ਇਹ ਤਾਂ ਭਾਈ ਗੁਰਦਾਸ ਦੀਆਂ ਵਾਰਾਂ ਨੇ, ਗੁਰੂ ਗ੍ਰੰਥ ਸਾਹਿਬ ਤਾਂ ਲਿਖਿਆ ਨਹੀਂ ਕਿਤੇ। ਹੁਣ ਗੁਰਬਾਣੀ ਪੜ੍ਹਨੀ ਹੈ ਨਹੀਂ, ਨਾ ਸੁਣਨੀ ਹੈ, ਬਸ ਆ ਕੇ ਆਪਣੀ ਮੱਤ ਜਿਹੜੀ ਆ ਉਹ ਗੁਰੂ ਦੇ ਅੱਗੇ ਕਿੰਤੂ ਕਰਨਾ ਹੈ। ਪਰ ਮਹਾਰਾਜ ਜੀ ਨੇ ਬਾਣੀ ਵਿੱਚ ਲਿਖਿਆ, ਜਿਨ੍ਹਾਂ ਗੁਰਬਾਣੀ ਮਨ ਭਾਈਆਂ ਅੰਮ੍ਰਿਤ, ਇਹ ਹੁਣ ਆਸਾ ਦੀ ਵਾਰ ਦਾ ਸ਼ਬਦ ਹੈ। ਜਿਹੜੇ ਨਾਸਤਕ ਨੇ, ਜਿਹੜੇ ਕਹਿੰਦੇ ਕੀ ਪਿਆ ਅੰਮ੍ਰਿਤ ਛਕ ਕੇ, ਕੀ ਬਣ ਗਿਆ ਤੁਹਾਡਾ, ਕੀ ਬਣ ਜਾਊਗਾ ਸਾਡਾ, ਕੀ ਸਬਰ ਗਿਆ, ਕੀ ਸਬਰ ਜੂਗਾ, ਜਿਨ੍ਹਾਂ ਨੇ ਨਹੀਂ ਛਕਣਾ ਉਹਨਾਂ ਕੋਲ ਗੱਲਾਂ ਹੀ ਹੁੰਦੀਆਂ ਬਸ। ਸੋ ਕਹਿਣ ਦਾ ਭਾਵ ਇੰਨਾ ਕੀ ਹੈ ਕਿ ਸਿੱਖ ਦੀ ਡੈਫੀਨੇਸ਼ਨ ਮਹਾਰਾਜ ਨੇ ਲਿਖੀ ਹੈ ਵੀ ਇੰਨੇ ਗੁਣ ਚਾਹੀਦੇ ਆ ਸਿੱਖ ਵਿੱਚ। ਕੋਈ ਸਿੱਖ ਚੋਲਾ ਪਾ ਲੈਣਾ, ਗਾਤਰਾ ਪਾ ਲੈਣਾ, ਨਾ ਕਰੀਏ ਤੇ ਫੇਰ ਸਾਧ ਸੰਗਤ ਜੀ ਜੇ ਆਪਾਂ ਪੜ੍ਹਾਈ ਕਰੀਏ, ਫਿਰ ਸਕੂਲ ਦੇ ਵਿੱਚ ਆ ਹੁਣ ਮਾਰਚ ਦਾ ਮਹੀਨਾ ਚੱਲ ਰਿਹਾ, ਪੇਪਰ ਪੈਂਦੇ ਆ ਸਾਲ ਭਰ ਦੀ ਪੜ੍ਹਾਈ ਦੇ, ਤੇ 31 ਮਾਰਚ ਨੂੰ ਰਿਜ਼ਲਟ ਆ ਜਾਂਦਾ, ਪਤਾ ਲੱਗ ਜਾਂਦਾ ਕਿਸੇ ਨੇ ਕੋਈ 4 ਅੱਖਰ ਪੜ੍ਹੇ ਆ ਜਾਂ ਪਿੱਛੇ ਬੈਠ ਕੇ ਸ਼ਰਾਰਤਾਂ ਕਰਕੇ ਟਾਈਮ ਲੰਘਾਇਆ ਪਿਆ, ਡੰਗ ਟਪਾਇਆ, ਉਹਨਾਂ ਦਾ ਸਾਰਾ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਹੀ ਸਿੱਖ ਦਾ ਵੀ ਜਿਹੜਾ ਇਹ ਉਹ ਜ਼ਿੰਦਗੀ ਦਾ, ਜੇ ਪ੍ਰਮਾਤਮਾ ਦੇ ਨਾਲ ਉਹਦਾ ਪਿਆਰ ਹੈ, ਪ੍ਰੀਤੀ ਹੈ, ਉਹ ਅੰਮ੍ਰਿਤ ਵੇਲੇ ਉੱਠਦਾ, ਸਭ ਤੋਂ ਪਹਿਲਾਂ ਗੁਰੂ ਵਾਲਾ ਬਣਦਾ ਹੈ। ਇਹ ਆਪਣੀ ਐਡਮਿਸ਼ਨ ਹੈ, ਜਿਹੜਾ ਅੰਮ੍ਰਿਤ ਛਕ ਲੈਣਾ ਐਡਮਿਸ਼ਨ ਹੈ। ਉਸ ਤੋਂ ਬਾਅਦ ਅੱਗੇ ਕਮਾਈ ਹੈ, ਸਭ ਉੱਪਰ ਕਿਰਪਾ ਪ੍ਰਭ ਤੇਰੀ, ਕਿਸੈ ਥੋੜੀ ਕਿਸੈ ਹੈ ਕਨੇਰੀ। ਉਸ ਤੋਂ ਬਾਅਦ ਫਿਰ ਨਿਤਨੇਮ, ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਣਾ ਸਿੱਖ ਦਾ ਗੁਣ ਹੈ। ਸਿੱਖੀ ਸਿੱਖਿਆ, ਸਿੱਖ ਦਾ ਜਿਹੜਾ ਜੀਵਨ ਹੈ ਸਾਧ ਸੰਗਤ ਜੀ, ਇਹ ਸਿੱਖਣ ਵਾਸਤੇ ਆਇਆ ਹੋਇਆ ਦੁਨੀਆ ਵਿੱਚ। ਇਹ ਨਹੀਂ ਕਹਿ ਸਕਦਾ ਵੀ ਬਸ ਹੁਣ ਮੈਂ ਗ੍ਰੰਥੀ ਬਣ ਗਿਆ, ਪਾਠੀ ਬਣ ਗਿਆ, ਬਸ ਹੁਣ ਕੁਛ ਨਹੀਂ ਬਾਕੀ ਰਹਿ ਗਿਆ। ਇਹ ਤਾਂ ਕੁਛ ਵੀ ਨਹੀਂ, ਇਹ ਤਾਂ ਸਾਧ ਸੰਗਤ ਜੀ ਇੱਕ ਅਹੁਦਾ ਹੈ। ਜਿਵੇਂ ਕਿਸੇ ਨੇ ਵਿਦਿਆਲੇ ਵਿੱਚ ਸੰਥਿਆ ਕਰੀ ਹੁੰਦੀ ਆ ਤੇ ਉਸਤਾਦ ਉਹਨੂੰ ਕਹਿ ਦਿੰਦਾ, ਭਾਈ ਤੇਰੀ ਸੰਥਿਆ ਸੰਪੰਨ ਹੋ ਗਈ, ਤੂੰ ਪਾਠੀ ਬਣ ਗਿਆ। ਕਿਸੇ ਨੇ ਗੁਰਮਤਿ ਦੀ ਡਿਗਰੀ ਹਾਸਲ ਕਰਨ ਵਾਸਤੇ ਕਈ ਸਾਲਾਂ ਬੱਧੀ ਉਹਨੇ ਗ੍ਰੰਥ ਪੜ੍ਹਦਾ, ਉਹ ਕਮਾਈ ਕਰਦਾ, ਮਸ਼ੱਕਤ ਕਰਦਾ, ਫਿਰ ਉਹਨੂੰ ਉਸਤਾਦ ਜਿਹੜਾ ਸਰਟੀਫਿਕੇਟ ਦੇ ਕੇ ਕਹਿੰਦਾ ਅੱਜ ਤੂੰ ਗੁਰਮਤਿ ਦੀ MA ਕਰ ਲਈ। ਇਹ ਤਾਂ ਦੁਨਿਆਵੀ ਤੌਰ ਤੇ ਅਹੁਦੇ ਨੇ। ਪਰਮਾਤਮਾ ਨੂੰ ਮਿਲਣ ਦੇ ਰਸਤੇ ਵਾਸਤੇ ਕਮਾਈ ਦੀ ਲੋੜ ਹੈ। ਸੋ ਸਭ ਤੋਂ ਪਹਿਲਾਂ ਅੰਮ੍ਰਿਤ ਛਕਣਾ, ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖ ਦਾ ਜੀਵਨ ਜਿਹੜਾ ਉਹ ਸਿੱਖਣ ਵਾਸਤੇ ਆਇਆ ਹੋਇਆ ਹੈ, ਪੂਰਾ ਨਹੀਂ ਸਾਰੀ ਜ਼ਿੰਦਗੀ ਹੁੰਦਾ। ਪੂਰਾ ਤਾਂ ਪਰਮਾਤਮਾ ਹੀ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ, ਪੂਰਾ ਪਰਮਾਤਮਾ ਹੀ ਹੈ। ਸੋ ਸਿੱਖ ਦਾ ਜਿਹੜਾ ਜੀਵਨ ਹੈ
ਉਹ ਸਿੱਖਣ ਵਾਸਤੇ ਆਇਆ, ਸਿੱਖ ਰਿਹਾ, ਸਿੱਖਦੇ ਸਿੱਖਦੇ ਦੁਨੀਆ ਤੋਂ ਵਿਦਾ ਹੋ ਜਾਣਾ। ਇਹ ਸਿੱਖ ਦਾ ਗੁਣ ਹੈ। ਸੋ ਗੁਰੂ ਸਾਹਿਬ ਜੀ ਨੇ ਗੁਣ ਦੱਸਿਆ, ਸਿੱਖ ਦੇ ਵਿੱਚ ਗੁਣ ਪਾਏ ਜਾਂਦੇ ਆ ਜਿਹੜੇ ਦਰਸਾਉਂਦੇ ਆ ਗੁਰੂ ਦਾ ਸਿੱਖ ਹੈ। ਤੁਹਾਡੇ ਘਰੇ ਕੋਈ ਸਿੱਖ ਆ ਜਾਵੇ ਗੁਰੂ ਦੇ ਬਾਣੇ ਵਾਲਾ, ਤੇ ਅੰਮ੍ਰਿਤ ਵੇਲੇ ਉੱਠੇ ਨਾ, ਤੇ ਇਸ਼ਨਾਨ ਕਰੇ ਨਾ, ਬਾਣੀ ਪੜ੍ਹੇ ਨਾ, ਉੱਠਦਿਆਂ ਸਾਰ ਕਹੇ ਲਿਆਓ ਮੇਰੇ ਵਾਸਤੇ ਚਾਹ ਲਿਆਓ, ਪ੍ਰਸ਼ਾਦਾ ਲਿਆਓ, ਤੁਸੀਂ ਸੁਭਾਵਿਕ ਹੀ ਪੁੱਛ ਲੈਣਾ ਵੀ ਭਾਈ ਤੂੰ ਪਹਿਲਾਂ ਇਸ਼ਨਾਨ ਪਾਣ ਕਰ, ਬਾਣੀ ਦਾ ਨਿਤਨੇਮ ਕਰ, ਫਿਰ ਚਾਹ ਪਾਣੀ ਤੇਰੇ ਮੂੰਹੋਂ ਫੱਬਦੀ ਆ। ਸੋ ਇਸ ਕਰਕੇ ਗੁਣ ਪਾਏ ਜਾਂਦੇ ਆ ਸਿੱਖ ਦੇ ਵਿੱਚ। ਗੁਰੂ ਸਾਹਿਬ ਜੀ ਨੇ ਡੈਫੀਨੇਸ਼ਨ ਲਿਖੀ ਆ ਬਾਣੀ ਦੇ ਵਿੱਚ ਸਿੱਖ ਦੀ। ਅੰਮ੍ਰਿਤ ਵੇਲੇ ਦਾ ਉੱਠਣਾ, ਫਿਰ ਉੱਠ ਕੇ ਕਰਨਾ ਕੀ ਹੈ? ਅੰਮ੍ਰਿਤ ਵੇਲਾ ਸੱਚ ਨਾਉ। ਅੰਮ੍ਰਿਤ ਵੇਲੇ ਦੇ ਵਿੱਚ ਬਹੁਤ ਵੱਡਾ ਮਹਾਤਮ ਹੈ। ਕੀ ਹੈ ਅੰਮ੍ਰਿਤ ਵੇਲਾ? ਹੀ ਕਿਉਂ ਚੁਣਿਆ ਮਹਾਰਾਜ ਨੇ? ਤੁਸੀਂ 4 ਵਜੇ ਤੋਂ ਲੈ ਕੇ ਤੇ ਰਾਤ ਦੇ 10 ਵਜੇ ਤੱਕ ਨਾ ਇੱਕ ਜਗ੍ਹਾ ਤੇ ਖੜ ਕੇ ਦੇਖ ਲਿਓ ਵੀ ਇੰਨਾ ਰੌਲਾ ਰੱਪਾ ਪੈਂਦਾ, ਤੁਸੀਂ ਜ਼ੋਰ ਲਾ ਲਿਓ, ਤੁਹਾਡਾ ਮਨ ਇਕਾਗਰ ਨਹੀਂ ਹੋਏਗਾ। ਕਦੇ ਇੱਧਰੋਂ ਆਵਾਜ਼ ਸੁਣੇਗੀ, ਕਦੇ ਉੱਧਰੋਂ ਆਵਾਜ਼ ਸੁਣੇਗੀ, ਕਦੇ ਅੱਗਿਓਂ ਆਵਾਜ਼ ਸੁਣੇਗੀ, ਹਰ ਜਗ੍ਹਾ ਤੇ ਰੌਲਾ ਰੱਪਾ ਪੈਂਦਾ ਰਹੇਗਾ। ਪਰ 4 ਵਜੇ ਤੋਂ ਪਹਿਲਾਂ 12 ਵਜੇ ਤੋਂ ਬਾਅਦ ਇਹ ਜਿਹੜਾ ਸਮਾਂ ਅੰਮ੍ਰਿਤ ਵੇਲੇ ਦਾ, ਇੱਥੇ ਸ਼ਾਂਤ ਸਮਾਂ ਹੁੰਦਾ, ਟਿਕਿਆ ਹੁੰਦਾ ਸਮਾਂ। ਰਾਤਰੀ ਟਿਕੀ ਹੁੰਦੀ ਹੈ 12 ਵਜੇ। ਉਦੋਂ ਰੌਲਾ ਰੱਪਾ ਨਹੀਂ ਹੁੰਦਾ, ਸ਼ੋਰ ਸ਼ਰਾਬਾ ਨਹੀਂ ਹੁੰਦਾ ਬਹੁਤਾ, ਇਕਾਂਤ ਹੁੰਦੀ ਹੈ। ਤੇ ਜਿੰਨੇ ਪ੍ਰਮਾਤਮਾ ਨੂੰ ਮਿਲਣ ਵਾਲੇ ਭਗਤ ਨੇ, ਸਿੱਖ ਨੇ, ਉਹਨਾਂ ਨੇ ਜਾ ਕੇ ਜੰਗਲਾਂ ਵਿੱਚ ਹੀ ਕਿਉਂ ਬੰਦਗੀ ਕੀਤੀ ਹੈ? ਭਗਤ ਧਰੂ ਜਾ ਕੇ ਜੰਗਲ ਵਿੱਚ ਬੰਦਗੀ ਕਰਦਾ ਹੈ। ਔਰ ਕਿੰਨੇ ਪ੍ਰਮਾਤਮਾ ਦੇ ਭਗਤ ਨੇ ਜਿਹੜੇ ਬੀਆਬਾਨ ਦੇ ਵਿੱਚ ਜਾ ਕੇ ਬੰਦਗੀ ਕਰਿਆ। ਕੀ ਗੱਲ, ਉਦੋਂ ਘਰ ਹੈ ਨਹੀਂ ਸੀਗੇ, ਸਭ ਕੁਝ ਸੀਗਾ, ਪਰ ਉਹਨਾਂ ਦਾ ਮਨ ਇੰਨਾ ਕੁ ਸੀਗਾ ਵੀ ਇਕਾਂਤ ਦੇ ਵਿੱਚ ਬੈਠ ਕੇ ਤਾਂ ਮਨ ਸ਼ਾਂਤ ਹੋਏਗਾ। ਜਿੰਨੇ ਤੱਕ ਅੱਖਾਂ ਦੇਖਦੀਆਂ ਰਹਿਣਗੀਆਂ, ਕੰਨ ਸੁਣਦੇ ਰਹਿਣਗੇ, ਇਹ ਦੌੜਿਆ ਹੀ ਰਹੇਗਾ, ਐ ਖੜਨਾ ਨਹੀਂ। ਅੱਖਾਂ ਜਿਹੜੀਆਂ ਨੇ ਜਦੋਂ ਵੀ ਦੇਖਣਗੀਆਂ ਉਦੋਂ ਮਨ ਫੁਰਨਾ ਕਰੇਗਾ, ਕੰਨ ਜਦੋਂ ਵੀ ਸੁਣਨਗੇ ਕਹਿਣਗੇ ਜਵਾਬ ਦੇ ਦੀ ਗੱਲ ਦਾ ਉਸੇ ਟਾਈਮ। ਇਹ ਮਨ ਦੇ ਅੰਦਰ ਇਹਨੇ, ਇਹਨਾਂ ਨੇ ਬਹਿਣ ਨਹੀਂ ਦੇਣਾ ਆਪਾਂ ਨੂੰ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲਾ ਚੁਣਿਆ। ਅੰਮ੍ਰਿਤ ਵੇਲੇ ਉਹ ਉੱਠੇਗਾ ਜਿਹਨੇ ਰੱਬ ਨੂੰ ਮਿਲਣਾ। ਹਰ ਕੋਈ ਨਹੀਂ ਉੱਠ ਸਕਦਾ। ਜਿਹਨੇ ਪ੍ਰਮਾਤਮਾ ਨੂੰ ਮਿਲਣਾ ਹੈ ਨਾ, ਕੋਈ ਆਪਣਾ ਜਨਮ ਸਫਲਾ ਕਰਨਾ, ਉਹੀ ਉੱਠੂਗਾ, ਹਰ ਇੱਕ ਨਹੀਂ ਉੱਠ ਸਕਦਾ। ਉਦਮੀ ਉੱਠੇਗਾ। ਮਹਾਂਪੁਰਸ਼ ਬਚਨ ਕਰਿਆ ਕਰਦੇ, ਕਹਿੰਦੇ ਅੰਮ੍ਰਿਤ ਵੇਲਾ ਉੱਠਣਾ ਇਸ ਤਰ੍ਹਾਂ ਹੈ ਜਿਵੇਂ ਸ਼ੇਰ ਦਾ ਸ਼ਿਕਾਰ ਕਰਨਾ ਹੋਵੇ। ਸ਼ੇਰ ਦੇ ਸ਼ਿਕਾਰ ਕਰਨ ਵਾਸਤੇ ਦ੍ਰਿੜਤਾ ਚਾਹੀਦੀ ਹੈ। ਤੇ ਅੰਮ੍ਰਿਤ ਵੇਲੇ ਜਿਹੜੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਸਿਮਰਨ ਕਰਦੇ ਨੇ, ਉਹ ਸਮਝ ਲਓ ਸ਼ੇਰ ਨੂੰ ਮਾਰ ਕੇ, ਸ਼ੇਰ ਨੂੰ ਮਾਰਨ ਜਿੰਨਾ ਮਹਾਤਮ ਹੈ। ਭਾਵ ਕਿ ਜੇ ਆਪਾਂ ਵੇਸਲੇ ਹੋ ਗਏ, ਢਿੱਲੇ ਹੋ ਗਏ, ਫਿਰ ਸਮਾਂ ਜਿਹੜਾ ਉਹ ਸਮਰੱਥ ਹੈ। ਸਮੇਂ ਨੇ ਕਹਿਣਾ ਵੀ ਹੋਰ ਸੌਂ ਲੈ, ਹੋਰ ਸੌਂ ਜਾ, ਹਜੇ ਨੀਂਦ ਪੂਰੀ ਨਹੀਂ ਹੋਈ। ਤੇ ਇਹਦਾ ਮਤਲਬ ਜਿਹੜਾ ਸ਼ੇਰ ਆ ਉਹ ਤਗੜਾ ਰਹਿ ਗਿਆ, ਆਪਾਂ ਵੇਸਲੇ ਹੋ ਕੇ ਆਪਾਂ ਸੌਂ ਗਏ। ਤੇ ਇਸ ਕਰਕੇ ਸਿੱਖ ਦਾ ਜਿਹੜਾ ਜੀਵਨ ਹੈ, ਪਹਿਲਾਂ ਗੁਰੂ ਵਾਲਾ ਬਣਨਾ, ਫਿਰ ਅੰਮ੍ਰਿਤ ਛਕਣਾ, ਫਿਰ ਸਾਨੂੰ ਹੁਕਮ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕਰ ਇਸ਼ਨਾਨ, ਸਭ ਤੋਂ ਪਹਿਲਾਂ ਸਾਧ ਸੰਗਤ ਜੀ ਗੁਰੂ ਵਾਲਾ ਬਣਨਾ, ਫਿਰ ਇਸ਼ਨਾਨ ਕਰਕੇ ਸਿਮਰਨ ਦੇ ਵਿੱਚ ਜੁੜਨਾ ਪ੍ਰਮਾਤਮਾ ਦੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਫਿਰ ਪ੍ਰਾਪਤੀ ਕੀ ਹੈ? ਮਨ ਤਨ ਭਏ ਅਰੋਗਾ। ਤੇਰਾ ਮਨ ਵੀ ਰੋਗੀ ਹੈ, ਤੇਰਾ ਤਨ ਵੀ ਰੋਗੀ ਹੈ। ਮਨ ਜਿਹੜਾ ਫੁਰਨੇ ਕਰ ਕਰਕੇ ਮੈਲਾ ਹੋਇਆ ਪਿਆ, ਜਨਮ ਜਨਮ ਕੀ ਸਮਨ ਕੋ ਮਲ ਲਾਗੀ ਕਾਲਾ ਹੋਆ। ਇਹ ਮਨ ਇੰਨਾ ਕੁ ਮੈਲਾ ਹੋਇਆ ਪਿਆ, ਮਹਾਰਾਜ ਜੀ ਕਹਿੰਦੇ ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ। ਕਹਿੰਦੇ ਖੰਨਲੀ ਜਿਹੜੀ ਹੁੰਦੀ ਹੈ ਨਾ, ਉਹ ਇੱਕ ਕੱਪੜੇ ਦਾ ਟੁਕੜਾ ਹੁੰਦਾ, ਉਹਨੂੰ ਜਿਹੜੇ ਕੋਲੂ ਦੇ ਵਿੱਚ ਤਿਲ ਪੀੜੇ ਜਾਂਦੇ ਨੇ ਉੱਥੇ ਰੱਖਿਆ ਹੁੰਦਾ। ਉਹ ਤਿਲਾਂ ਦਾ ਤਿਲ ਕੱਢਣ ਤੋਂ ਬਾਅਦ ਉਹ ਕੁਲਾੜੀ ਦੇ ਉੱਤੇ ਜਦੋਂ ਮਾਰਦੇ ਨੇ ਨਾ, ਉਹ ਮਿੱਟੀ ਦੇ ਨਾਲ ਤੇ ਥੰਧਿਆਈ ਦੇ ਨਾਲ ਉਹ ਕੱਪੜਾ ਇੰਨਾ ਗੰਦਾ ਹੋ ਜਾਂਦਾ ਕਿ ਉਹਨੂੰ ਜਿੰਨੀ ਸਾਬਣ ਲਾਉਂਦੇ ਆ ਉਨੀ ਸਾਬਣ ਉਹਦੇ ਵਿੱਚ ਧੱਸਦੀ ਜਾਂਦੀ ਹੈ, ਕਿਉਂਕਿ ਮੈਲ ਵੀ ਤੇ ਥੰਧਿਆਈ ਵੀ। ਫਿਰ ਉਹ ਕਿਵੇਂ ਸਾਫ਼ ਹੁੰਦਾ? ਗਰਮ ਪਾਣੀ ਕਰਕੇ ਉਹਦੇ ਵਿੱਚ ਉਹਨੂੰ
ਚੰਗੀ ਤਰ੍ਹਾਂ ਗਰਮ ਪਾਣੀ ਦੇ ਵਿੱਚ ਸਾਫ਼ ਕਰਕੇ ਫਿਰ ਸਾਬਣ ਕੰਮ ਕਰਦੀ ਹੈ। ਇਸੇ ਤਰ੍ਹਾਂ ਆਪਣਾ ਮਨ ਹੈ, ਇਹ ਮੈਲਾ ਹੋਇਆ ਪਿਆ, ਇੰਨਾ ਕੁ ਮੈਲਾ ਹੋਇਆ ਪਿਆ, ਕਾਮ ਕਰਕੇ, ਕ੍ਰੋਧ ਕਰਕੇ, ਲੋਭ ਕਰਕੇ, ਮੋਹ ਕਰਕੇ, ਹੰਕਾਰ ਕਰਕੇ, ਦਵੈਸ਼ਨਾ ਕਰਕੇ, ਈਰਖਾ ਕਰਕੇ ਭਰਿਆ ਪਿਆ ਮਨ। ਇਹ ਮਹਾਰਾਜ ਜੀ ਕਹਿੰਦੇ ਸੌਖਾ ਨਹੀਂ ਹੈ ਵੀ ਇੰਨੀ ਛੇਤੀ ਉਜਲਾ ਹੋ ਜਾਏਗਾ। ਸ਼ੀਸ਼ਾ ਜਿਹੜਾ ਹੁੰਦਾ ਨਾ, ਸ਼ੀਸ਼ੇ ਦੇ ਵਿੱਚ ਤੁਸੀਂ ਆਪਣੀ ਸੂਰਤ ਦੇਖਣੀ ਹੈ ਤਾਂ ਉਹਦੇ ਵਿੱਚ 3 ਗੁਣ ਹੋਣੇ ਚਾਹੀਦੇ ਨੇ ਸ਼ੀਸ਼ੇ ਵਿੱਚ। ਇੱਕ, ਸ਼ੀਸ਼ਾ ਹਿੱਲਣਾ ਨਹੀਂ ਚਾਹੀਦਾ, ਟਿਕਿਆ ਹੋਣਾ ਚਾਹੀਦਾ। ਦੂਜਾ, ਗਰਦ ਮਿੱਟੀ ਨਹੀਂ ਪਈ ਹੋਣੀ ਚਾਹੀਦੀ ਸ਼ੀਸ਼ੇ ਤੇ ਫਿਰ ਸ਼ੀਸ਼ਾ ਤੁਹਾਨੂੰ ਤੁਹਾਡੀ ਸੂਰਤ ਦਿਖਾ ਦੇਗਾ। ਜੇ ਉਹ ਧੁੰਦਲਾ ਹਿੱਲ ਰਿਹਾ, ਤੁਹਾਡੀ ਸੂਰਤ ਨਹੀਂ ਦਿਖਾਏਗਾ। ਇਸੇ ਤਰ੍ਹਾਂ ਹੀ ਆਪਣੇ ਮਨ ਜਿਹੜਾ ਮੈਲਾ ਹੋਇਆ ਪਿਆ, ਇਹਦੇ ਵਿੱਚ ਰੱਬ ਦੇ ਨਾਮ ਦੀ ਬਾਸ਼ਨਾ ਸੁਗੰਧੀ ਨਹੀਂ ਆ ਸਕਦੀ। ਜਨਮ ਜਨਮ ਕੀ ਸਮਨ ਕੋ ਮਲ ਲਾਗੀ, ਗੁਰੂ ਸਾਹਿਬ ਜੀ ਬਾਣੀ ਵਿੱਚ ਜ਼ਿਕਰ ਕਰਦੇ ਹਨ। ਕਹਿੰਦੇ ਜਿਹੜਾ ਤੇਰਾ ਮਨ ਹੈ ਨਾ, ਉਹ ਮਲ ਦੇ ਨਾਲ ਭਰਿਆ ਪਿਆ, ਫਿਰ ਮਹਾਰਾਜ ਜੀ ਕਿਰਪਾ ਕਰੋ, ਇਹਨੂੰ ਧੋਣ ਦਾ ਸਾਧਨ ਕੀ ਹੈ? ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ। ਇਹ ਜਪਜੀ ਸਾਹਿਬ ਦੀ ਬਾਣੀ ਹੈ। ਕਹਿੰਦੇ ਤੇਰੀ ਮੱਤ ਜਿਹੜੀ ਹੈ ਮਲ ਦੇ ਨਾਲ ਭਰੀ ਹੋਈ ਹੈ, ਇਹਨੂੰ ਜੇ ਤੂੰ ਉਜਲਾ ਕਰਨਾ ਚਾਹੁੰਦਾ ਤਾਂ ਕਹਿੰਦੇ ਤੂੰ ਗੁਰੂ ਕਾ ਉਪਦੇਸ਼ ਲੈ ਕੇ, ਬਾਣੀ ਪੜ੍ਹ ਕੇ, ਸੁਣ ਕੇ, ਸਿਮਰਨ ਕਰਕੇ, ਸੇਵਾ ਕਰਕੇ, ਕਹਿੰਦੇ ਇਹਨੂੰ ਤੂੰ ਸਵਾਰ ਸਕਦਾ। ਸੰਤ ਜੀ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਪੜ੍ਹਿਆ ਕਰਦੇ ਸੀਗੇ। ਆਓ ਇਹ ਸ਼ਬਦ ਦੇ ਵਿੱਚ ਸਾਰੇ ਗੱਜ ਵੱਜ ਕੇ ਬੋਲ ਕੇ ਆਪਣੀ ਹਾਜ਼ਰੀ ਲਵਾ ਕੇ ਰਸਨਾ ਨੂੰ ਪਵਿੱਤਰ ਕਰਦੇ ਰਿਹਾ ਕਰੋ। ਤੇਰੀ ਮੱਤ ਪਾਪਾਂ ਦੇ ਨਾਲ ਭਰੀ ਐ, ਨਾਮ ਜਪ ਧੋਲੇ ਗਾਫਲਾ। ਤੇਰੀ ਮੱਤ ਪਾਪਾਂ ਦੇ ਨਾਲ ਭਰੀ ਐ, ਨਾਮ ਜਪ ਧੋਲੇ ਗਾਫਲਾ। ਪਾਪਾਂ ਨਾਲ ਭਰੀ ਐ, ਨਾਮ ਜਪ ਧੋਲੇ ਬੰਦਿਆ। ਤੇਰੀ ਮੱਤ ਪਾਪਾਂ ਦੇ ਨਾਲ ਭਰੀ ਐ, ਨਾਮ ਜਪ ਧੋਲੇ ਬੰਦਿਆ। ਨਾਮ ਜਪ ਕੇ ਧੋਲੇ ਬੰਦਿਆ, ਨਾਮ ਜਪ ਕੇ ਧੋਲੇ ਬੰਦਿਆ। ਧੋਲੇ ਬੰਦਿਆ, ਨਾਮ ਜਪ ਕੇ ਧੋਲੇ ਬੰਦਿਆ। ਮੱਤ ਪਾਪਾਂ ਦੇ ਨਾਲ ਭਰੀ ਹੈ ਜੀ, ਮੱਤ ਪਾਪਾਂ ਨਾਲ ਭਰੀ ਹੈ, ਨਾਮ ਜਪ ਧੋਲੇ ਬੰਦਿਆ। ਤੇਰੀ ਮੱਤ ਪਾਪਾਂ ਦੇ ਨਾਲ ਭਰੀ ਹੈ, ਨਾਮ ਜਪ ਧੋਲੇ
ਕੋਲੇ ਬੰਦਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਪਾਤਸ਼ਾਹ ਜੀ ਬਾਣੀ ਦੇ ਵਿੱਚ ਉਪਦੇਸ਼ ਕਰਦੇ ਆ, ਭਰੀਆ ਮਤ ਪਾਪਾਂ ਕੈ ਸੰਗ। ਕਹਿੰਦੇ ਜਿਹੜੀ ਤੇਰੀ ਮਤ ਹੈ ਨਾ, ਇਹ ਵਿਕਾਰਾਂ ਕਰਕੇ, ਪਾਪਾਂ ਕਰਕੇ, ਕਰਮਾਂ ਕਰਕੇ ਭਰੀ ਪਈ ਹੈ। ਮਹਾਰਾਜ ਜੀ ਕਹਿੰਦੇ ਕਿ ਜੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਫਿਰ ਪਵਿੱਤਰ ਕਿਵੇਂ ਹੋਏਗੀ, ਸ਼ੁੱਧ ਕਿਵੇਂ ਹੋਏਗੀ? ਫਿਰ ਮਹਾਰਾਜ ਜੀ ਬਚਨ ਕਰਦੇ ਆ, ਉਹ ਧੋਪੈ ਨਾਵੈ ਕੈ ਰੰਗ। ਕਹਿੰਦੇ ਨਾਮ ਜਪ ਕੇ, ਸਿਮਰਨ ਕਰਕੇ, ਸੇਵਾ ਕਰਕੇ ਇਹ ਜਿਹੜੀ ਤੇਰੀ ਮੱਤ ਹੈ ਪਵਿੱਤਰ ਹੋ ਜਾਏਗੀ, ਸ਼ੁੱਧ ਹੋ ਜਾਏਗੀ। ਸੋ ਇਸ ਕਰਕੇ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਸਿੱਖ ਦੀ ਜੀਵਨ ਬਾਬਤ ਆਪਾਂ ਨੂੰ ਡੈਫੀਨੇਸ਼ਨ ਦੱਸ ਰਹੇ ਆ, ਸਿੱਖ ਦੇ ਜੀਵਨ ਵਿੱਚ ਕਿਹੜੇ ਕਿਹੜੇ ਗੁਣ ਚਾਹੀਦੇ ਆ। ਗੁਰੂ ਵਾਲਾ ਬਣਾ, ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਕੇ ਫਿਰ ਅੰਮ੍ਰਿਤ ਵੇਲੇ ਜਾਗਣਾ। ਸਵੇਰੇ ਹੁਣ ਤਕਰੀਬਨ ਸਾਰੇ ਗੁਰੂ ਘਰਾਂ ਦੇ ਵਿੱਚ 4 ਵਜੇ, ਕੋਈ 3 ਵਜੇ ਸਪੀਕਰ ਲੱਗ ਜਾਂਦੇ ਆ। ਬਾਬਾ ਜੀ ਗ੍ਰੰਥੀ ਜੀ ਪਾਠ ਕਰਦੇ ਆ, ਆਵਾਜ਼ਾਂ ਆਉਂਦੀਆਂ, ਉੱਠ ਫਰੀਦਾ ਊਜੋ ਸਾਜ, ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ। ਹੁਣ ਆਪਣਾ ਹਰ ਇੱਕ ਦਾ, ਇਨਸਾਨ ਦਾ ਸੁਭਾਅ ਬਣਿਆ ਵੀ ਗ੍ਰੰਥੀ ਰੱਖਿਆ ਹੋਇਆ, ਇਹਨੇ ਪਾਠ ਕਰਕੇ ਸਾਰੇ ਪਿੰਡ ਦਾ ਭਲਾ ਮੰਗ ਹੀ ਲੈਣਾ। ਪਰ ਨਹੀਂ ਭਾਈ, ਇਹ ਇਕੱਲੇ ਗ੍ਰੰਥੀ ਦਾ ਫਰਜ਼ ਨਹੀਂ ਹੈ। ਇੱਥੇ ਤਾਂ ਮਹਾਰਾਜ ਜੀ ਆਵਾਜ਼ਾਂ ਮਾਰਦੇ ਆ, ਆਵੋ ਸਿੱਖ ਸਤ ਗੁਰ ਕੇ ਪਿਆਰਿਓ, ਗਾਵੋ ਸੱਚੀ। ਇੱਕ ਪੰਕਤੀ ਵੀ ਨਹੀਂ ਲਿਖੀ ਮਹਾਰਾਜ ਨੇ ਵੀ ਇਕੱਲੇ ਪਾਠੀ ਪਾਠ ਕਰਨਗੇ, ਦੂਜਾ ਪਾਠ ਨਹੀਂ ਕਰੇਗਾ, ਦੂਜਾ ਨਿਤਨੇਮ ਨਹੀਂ ਕਰੇਗਾ, ਸਿਮਰਨ ਨਹੀਂ ਕਰੇਗਾ। ਮਹਾਰਾਜ ਤਾਂ ਆਵਾਜ਼ਾਂ ਮਾਰਦੇ ਆ, ਕਹਿੰਦੇ ਭਾਈ ਆਓ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਆਓ ਭਾਈ ਗਾਵੋ ਸੱਚੀ ਬਾਣੀ। ਪਰਮਾਤਮਾ ਦੀ ਬਾਣੀ ਗਾਓ ਸਾਰੇ ਰਲ ਮਿਲ ਕੇ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ, ਫਿਰ ਉਹੀ ਬਚਨ ਦੇਖ ਲਓ ਮਹਾਰਾਜ ਦਾ, ਪੀਵੋ ਅੰਮ੍ਰਿਤ ਸਦਾ ਰਵਾ ਰੰਗ ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲਾਂ ਗੁਰੂ ਵਾਲਾ ਬਣ ਕੇ ਅੰਮ੍ਰਿਤ ਵੇਲੇ ਜਾਗਣਾ। ਜਾਗਦੀ ਕੁੱਲ ਦੁਨੀਆ, ਪਰ ਮਹਾਰਾਜ ਕਹਿੰਦੇ ਸਿੱਖ ਦਾ ਜੀਵਨ ਜਿਹੜਾ ਨਿਆਰਾ ਹੋਣਾ ਚਾਹੀਦਾ ਦੁਨੀਆ ਤੋਂ। ਕੀ ਹੈ ਨਿਆਰਾਪਣ? ਆਪਣੇ ਵਿੱਚ, ਆਪਣੇ ਵਿੱਚ ਨਿਆਰਾਪਣ ਗੁਰੂ ਨੇ ਇਹ ਭਰਿਆ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਆਪਾਂ ਸਿਮਰਨ ਦੇ ਨਾਲ ਜੁੜਨਾ। ਮਨ ਤਨ ਭਏ ਰੋਗ ਅਰੋਗਾ, ਜਿਹੜਾ ਮਨ ਹੈ ਆਪਣਾ ਇਹ ਫੁਰਨੇ ਕਰ ਕਰਕੇ ਰੋਗੀ ਹੋਇਆ ਪਿਆ। ਜਿਵੇਂ ਮਹਾਰਾਜ ਜੀ ਵਚਨ ਕਰਦੇ ਨਾ, ਕੋਈ ਮਨ ਰੋਗੀ, ਕੋਈ ਤਨ ਰੋਗੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕਾ। ਇਹ ਮਹਾਰਾਜ ਜੀ ਨੇ ਕੋਈ ਉਹੀ ਨਹੀਂ, ਸੱਚੇ ਪਾਤਸ਼ਾਹ ਕਹਿੰਦੇ ਥੋੜੇ ਥੋੜੇ ਸੰਸਾਰ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਕਰਕੇ, ਚਾਹੇ ਉਹ ਪਦਾਰਥਾਂ ਕਰਕੇ, ਵੀ ਜੋ ਚਾਹੁੰਦੇ ਆ ਉਹ ਹਾਸਲ ਨਹੀਂ ਹੁੰਦਾ, ਉਹਦੇ ਕਰਕੇ ਵੀ ਇਨਸਾਨ ਦੁਖੀ ਹੋ ਜਾਂਦਾ ਦੁਨੀਆ ਵਿੱਚ। ਪਰ ਮਹਾਰਾਜ ਜੀ ਕਹਿੰਦੇ ਕਿਸੇ ਨਾ ਕਿਸੇ ਕਾਰਨ ਕਰਕੇ ਥੋੜੇ ਥੋੜੇ ਸਭ ਦੁਖੀ। ਤੋ ਤਨ ਕਰਕੇ ਮਹਾਰਾਜ ਕਹਿੰਦੇ ਰੋਗ ਲੱਗ ਜਾਣਾ ਸਰੀਰ ਨੂੰ, ਕੋਈ ਤਨ ਕਰਕੇ ਰੋਗੀ ਨੇ, ਕੋਈ ਮਨ ਕਰਕੇ ਰੋਗੀ ਨੇ। ਪਰ ਅੰਮ੍ਰਿਤ ਵੇਲੇ ਮਹਾਰਾਜ ਜੀ ਕਹਿੰਦੇ ਨੇ 3-4 ਜਾਣੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਜਾਗਦੇ ਨੇ। ਕਿਹੜੇ ਕਿਹੜੇ ਆ? ਇੱਕ ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜਾਗਦੇ ਨੇ ਜਿਨ੍ਹਾਂ ਦੀ ਧੀ ਜਵਾਨ ਹੋਵੇ, ਜਿਹਦੀ ਉਸ ਪਿਤਾ ਨੂੰ ਚੰਗੀ ਨੀਂਦ ਨਹੀਂ ਆਇਆ ਕਰਦੀ, ਉਹ ਰਾਤ ਨੂੰ ਪਿਆ ਪਿਆ ਛੱਤ ਵੱਲ ਬਾਲੇ ਗਿਣਦਾ ਰਹਿੰਦਾ ਵੀ ਧੀ ਵਰ ਜੋਗ ਹੈ ਕਦ
वर लभ के दा आनंद कारज हो के अपने घर जाएगी। ਜ਼ਿੰਮੇਵਾਰੀ ਹੁੰਦੀ ਨਾ ਮਾਤਾ ਪਿਤਾ ਦੀ, ਉਸ ਕਹਿੰਦੇ ਪਿਤਾ ਨੂੰ ਵੀ ਚੰਗੀ ਨੀਂਦ ਨਹੀਂ ਆਉਂਦੀ। ਇੱਕ ਮਹਾਰਾਜ ਕਹਿੰਦੇ ਰੋਗੀ ਜਿਹੜੇ ਹੁੰਦੇ ਨੇ, ਸਰੀਰਕ ਰੋਗ ਲੱਗਿਆ ਹੋਵੇ ਕਿਸੇ ਨੂੰ, ਕਿਸੇ ਤਰ੍ਹਾਂ ਦੀ ਵੀ ਕੋਈ ਬਿਮਾਰੀ ਹੋਵੇ, ਕੋਈ ਰੋਗ ਹੋਵੇ, ਉਹ ਵੀ ਸਾਰੀ ਰਾਤ ਤੁਸੀਂ ਦੇਖਿਓ ਕਿਤੇ ਨਾ ਕਿਤੇ ਬਿਲਕਦੇ ਰਹਿੰਦੇ ਆ, ਅੱਛੀ ਨੀਂਦ ਨਹੀਂ ਆਉਂਦੀ ਉਹਨਾਂ ਨੂੰ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਇੱਕ ਹੋਰ ਨੇ ਜਿਹੜੇ ਜਿਨ੍ਹਾਂ ਨੂੰ ਚੰਗੀ ਨੀਂਦ ਨਹੀਂ ਆਉਂਦੀ। ਉਹ ਕੌਣ ਨੇ? ਉਹ ਨੇ ਪ੍ਰਮਾਤਮਾ ਦੇ ਪਿਆਰੇ, ਜਿਹੜੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਪਹਿਲੇ ਪੈਰ ਸੁਬਹ ਕੈ ਸੁਰਤਿਆਂ ਉਪਜੈ ਚਾਓ, ਪਹਿਲਾ ਪੈਰ 12:01 ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਕੇ ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ। ਉਹ ਅੰਮ੍ਰਿਤ ਵੇਲੇ ਉੱਠ ਕੇ ਸੁਰਤੀ ਨੂੰ ਸਿਮਰਨ ਦੇ ਨਾਲ ਜੋੜਦੇ ਆ, ਉਹਨਾਂ ਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ, ਜਿਹੜੇ ਰੱਬ ਨੂੰ ਮਿਲਣ ਵਾਸਤੇ ਤੁਰੇ ਹੋਏ ਆ। ਜਾਗਣਾ ਜਾਗਣ ਨਿੱਕਾ ਹਰ ਕੀਰਤਨ ਮੇ, ਜਾਗਦੀ ਤਾਂ ਦੁਨੀਆ, ਕਈ ਸਾਰੀ ਸਾਰੀ ਰਾਤ ਰੋਡਾਂ ਤੇ ਸਫ਼ਰ ਕਰੀ ਜਾਂਦੇ ਆ, ਕੋਈ ਕਿਤੇ ਕਿਤੇ ਰਿਸ਼ਤੇਦਾਰੀਆਂ 'ਚ ਕਿਤੇ ਨਾ ਕਿਤੇ ਰੁਝੇਵਿਆਂ ਕਰਕੇ ਸਾਰੀ ਸਾਰੀ ਰਾਤ ਜਾਗਦੇ ਆ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਜਾਗਣਾ ਰੱਬ ਦੀ ਯਾਦ ਦੇ ਵਿੱਚ ਜਾਗ, ਸਿਮਰਨ ਕੀਰਤਨ। ਹੁਣ ਅਖੰਡ ਪਾਠ ਸਾਹਿਬ ਆਰੰਭ ਹੋਇਆ ਮੰਨ ਲਓ ਪਰਸੋਂ ਤੋਂ, ਤੇ ਬਿਰਲੇ ਬਿਰਲੀਆਂ ਰੂਹਾਂ ਨੇ ਨਾ ਜਿਨ੍ਹਾਂ ਨੇ ਬੈਠ ਕੇ ਰਾਤ ਨੂੰ ਵੀ ਪਾਠ ਸਰਵਣ ਕੀਤਾ ਹੋਣਾ। ਨਹੀਂ ਅੱਜ ਦਾ ਜਿਹੜਾ ਸਮਾਂ ਹੈ ਆਪਣਾ, ਅਸੀਂ ਵੀ ਵਿੱਚ ਹੀ ਆ, ਕੋਈ ਕਿਤੇ ਸਮਝ ਲਓ ਵੀ ਪਾਠ ਕਰਨ ਵਾਲੇ, ਕਿਤੇ ਸਾਡਾ ਵੀ ਕੰਮ ਉਹਨਾਂ ਕੀ ਰਹਿ ਗਿਆ ਵੀ ਡਿਊਟੀ ਲਾਈ ਚਲੋ ਜੀ। ਬਿਰਲੇ ਬਿਰਲੇ ਹੁੰਦੇ ਨੇ ਜਿਹੜੇ ਇਸ ਤੋਂ ਉੱਪਰ ਉੱਠ ਕੇ ਨਿਤਨੇਮ ਸਿਮਰਨ ਬੰਦਗੀ ਸੁਖਮਨੀ ਸਾਹਿਬ ਦੇ ਪਾਠ, ਚੌਪੀ ਸਾਹਿਬ ਦੇ ਪਾਠ ਭਲੇ ਵਾਸਤੇ ਕਰਦੇ ਆ। ਨਹੀਂ ਤਾਂ ਸਾਡੇ ਵਾਲੇ ਵੀਰ ਭਰਾ ਵੀ ਡਿਊਟੀ ਤੱਕ ਸੀਮਤ ਰਹਿੰਦੇ ਆ, ਸਾਡੀ ਡਿਊਟੀ ਹੈ ਜੀ ਬਸ ਡਿਊਟੀ ਲਾਈ ਚੱਲ। ਨਹੀਂ ਭਾਈ, ਇੱਥੇ ਤੱਕ ਸੀਮਤ ਨਹੀਂ ਰਹਿਣਾ, ਬੰਦਗੀ ਕਰਨੀ ਹੈ, ਸਿਮਰਨ ਕਰਨਾ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਆ, ਕਹਿੰਦੇ ਭਾਈ ਚੌਥੇ ਜਿਹੜੇ ਜਾਗਦੇ ਨੇ ਨਾ, ਉਹ ਪ੍ਰਮਾਤਮਾ ਨੂੰ ਮਿਲਣ ਵਾਸਤੇ, ਜਿਨ੍ਹਾਂ ਨੂੰ ਬਾਬਾ ਫਰੀਦ ਜੀ ਕਹਿੰਦੇ ਨੇ ਜੋ ਜਾ ਗਨ ਲਹਨ ਸੇ ਸਾਈਂ ਕੰਨੋ, ਜਿਹੜੇ ਕਹਿੰਦੇ ਅੰਮ੍ਰਿਤ ਵੇਲੇ ਜਾਗਦੇ ਨੇ, ਸਿਮਰਨ ਕਰਦੇ ਨੇ, ਉਹ ਪ੍ਰਮਾਤਮਾ ਦੇ ਪਾਸੋਂ ਦਾਤਾਂ ਲੈਂਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਰੱਬ ਨੂੰ ਮਿਲਣ ਵਾਸਤੇ ਤੁਰੇ ਹੋਏ ਨੇ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ, ਰਾਤ ਦਿਵਸ ਕੇ ਕੁੱਕਣੇ ਕਬਹੂ ਕੇ ਸੁਣੈ। ਉਹ ਕਹਿੰਦੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਦਿਨ ਰਾਤ, ਜਿਵੇਂ ਕਹਿੰਦੇ ਬਬੀਹਾ ਜਿਹੜਾ ਨਾ, ਬਬੀਹਾ ਉਹ ਦਿਨ ਰਾਤ ਕਹਿੰਦੇ ਕੂਕਦਾ ਰਹਿੰਦਾ। ਹੁਣ ਦੁਨੀਆ ਵਿੱਚ ਕਿਤੇ ਦਰਿਆਵਾਂ ਦਾ ਘਾਟਾ ਥੋੜ੍ਹੀ ਹੈ, ਨਹਿਰਾਂ ਦਾ, ਪਰ ਉਹ ਕਦੋਂ ਸ਼ਾਂਤ ਹੁੰਦਾ? ਜਦੋਂ ਕਹਿੰਦੇ ਨੇ ਮੀਂਹ ਪੈਂਦਾ, ਫੇਰ ਉਹ ਬੂੰਦਾਂ ਜਿਹੜੀਆਂ ਨੇ ਮੀਂਹ ਦੀਆਂ, ਉਹਨਾਂ ਨੂੰ ਪ੍ਰਾਪਤ ਕਰਕੇ ਕਹਿੰਦੇ ਫੇਰ ਸ਼ਾਂਤ ਹੋ ਜਾਂਦਾ। ਤਾਂ ਕਰਕੇ ਭਗਤ ਕਬੀਰ ਜੀ ਨੇ ਕਹਿੰਦੇ ਨੇ ਤੇਰੀ ਮਨ ਦੀ ਜਿਹੜੀ ਬਿਰਤੀ ਹੈ ਨਾ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ। ਕਹਿੰਦੇ ਜਿਵੇਂ ਉਹ ਪਪੀਹਾ ਕਹਿੰਦੇ ਸਵੰਤੀ ਬੂੰਦ ਵਾਸਤੇ ਦਿਨ ਰਾਤ ਕੂਕਦਾ ਤੇ ਬੂੰਦ ਹਾਸਲ ਕਰਕੇ ਫੇਰ ਸ਼ਾਂਤ ਹੁੰਦਾ, ਇਸੇ ਤਰ੍ਹਾਂ ਕਹਿੰਦੇ ਤੇਰੇ ਅੰਦਰ ਪ੍ਰਮਾਤਮਾ ਨੂੰ ਮਿਲਣ ਦੀ ਤੜਫ ਹੋਣੀ ਚਾਹੀਦੀ ਹੈ। ਸਾਸ ਸਾਸ ਅਰਾਧੋ ਪਿਆਰੇ ਨਿਮਖ ਨਾ ਕੀਜੈ ਢੀਲਾ। ਕਹਿੰਦੇ ਸਵਾਸ ਸਵਾਸ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਜੇ ਰੱਬ ਨੂੰ ਮਿਲਣਾ। ਸੋ ਇਸ ਕਰਕੇ ਗੁਰੂ ਸਾਹਿਬ ਜੀ ਨੇ ਚੌਥੇ ਦੱਸਿਆ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ, ਉਹ ਪ੍ਰਮਾਤਮਾ ਨੂੰ ਮਿਲਣ ਵਾਸਤੇ ਉਤਾਵਲੇ ਰਹਿੰਦੇ ਆ। ਮਹਾਰਾਜ ਬਾਣੀ ਵਿੱਚ ਐਸਾ ਫਰਮਾਨ ਕਰਦੇ ਆ, ਗੁਰੂ ਮਹਾਰਾਜ ਪਾਤਸ਼ਾਹ ਬਚਨ ਕਰਦੇ ਆ, ਜੋ ਜਾ ਗਨ ਲਹਾਨਸੇ ਸਾਈਂ ਕੰਨੋਂ ਦਾਤ। ਜਿਹੜੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਤੁਰੇ ਹੋਏ ਆ ਨਾ, ਉਹ ਦਿਨ ਰਾਤ ਪ੍ਰਮਾਤਮਾ ਦਾ ਸਿਮਰਨ ਕਰਦੇ ਆ, ਜਾਗਦੇ ਆ ਉਹਦੀ ਯਾਦ ਦੇ ਵਿੱਚ ਪ੍ਰਮਾਤਮਾ ਨੂੰ ਮਿਲਣ ਵਾਸਤੇ। ਸੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਦੇ ਨਾਲ ਜੁੜਨਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ ਕੋਟ ਬਿਗਨ। ਜੇ ਤੂੰ ਇਸ਼ਨਾਨ ਕਰਕੇ ਸਿਮਰਨ ਕਰੇਗਾ, ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ। ਤੇ ਕਹਿੰਦੇ ਤੇਰੇ ਕਰੋੜਾਂ ਪਾਪਾਂ ਦਾ ਨਾਸ ਹੋ ਜਾਏਗਾ ਜੇ ਤੂੰ ਸਿਮਰਨ ਦੇ ਨਾਲ ਜੁੜ ਜਾਵੇਂਗਾ, ਇਕਾਗਰ ਹੋ ਜਾਏਗਾ। ਸੋ ਇਸ ਕਰਕੇ ਸਾਧ ਸਿੰਘ ਜੀ ਬਹੁਤ
ਇਹ ਜਿੰਨੇ ਵੀ ਗੁਣ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਲਿਖੇ ਨੇ ਨਾ ਸਿੱਖ ਦੇ ਵਿੱਚ, ਹੋਣ ਤਾਂ ਸਿੱਖ ਹੈ ਪੂਰਾ, ਤਾਂ ਗੁਰੂ ਦੀ ਪ੍ਰਾਪਤੀ ਕਰ ਸਕਦਾ, ਗੁਰੂ ਨੂੰ ਮਿਲ ਸਕਦਾ। ਅੰਮ੍ਰਿਤ ਵੇਲੇ ਦਾ ਉੱਠਣਾ, ਇਸ਼ਨਾਨ ਕਰਨਾ, ਸਿਮਰਨ ਕਰਨਾ, ਬਾਣੀ ਪੜ੍ਹਨੀ, ਸ਼ਬਦ ਦੀ ਕਮਾਈ ਕਰਨੀ, ਇਹ ਸਿੱਖ ਦੇ ਵਿੱਚ ਗੁਣ ਪਾਏ ਜਾਂਦੇ ਨੇ। ਫਿਰ ਨਿਮਰਤਾ, ਪਿਆਰ, ਬੈਰਾਗ, ਤਿਆਗ, ਇਹ ਸਾਰੇ ਗੁਣ ਜਿਹੜੇ ਨੇ ਸਿੱਖ ਵਿੱਚ ਹੋਣ ਤਾਂ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਆ। ਸੋ ਇਸ ਕਰਕੇ ਸਾਧ ਸੰਗਤ ਜੀ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਇਹ ਜਿਹੜੀਆਂ ਦਾਤਾਂ ਨੇ ਨਾ ਪ੍ਰਮਾਤਮਾ ਦੀਆਂ ਨੇ, ਜਿਹੜਾ ਘਰ ਮਹਿਲ ਪ੍ਰਮਾਤਮਾ ਨੇ ਬਖਸ਼ੇ ਨੇ। ਹੁਣ ਆਪਾਂ ਕਹਿ ਤਾਂ ਦਿੰਦੇ ਆ, ਗੱਡੀ ਤੇ ਵੀ ਲਿਖਾ ਦਿੰਦੇ ਆ, ਇਹ ਭੇ ਦਾਤ ਤੇਰੀ ਦਾਤਾਰ। ਸਾਧ ਸੰਗਤ ਜੀ ਮਹਾਰਾਜ ਨੇ ਆ ਮਨੁੱਖਾ ਤਨ ਸਰੀਰ ਬਖਸ਼ਿਆ, ਇਹ ਰੱਬ ਦੀ ਦਾਤ ਨਹੀਂ ਹੈ, ਇਹ ਵੀ ਤਾਂ ਰੱਬ ਦੀ ਦਾਤ ਹੈ। ਅਸੀਂ ਪਦਾਰਥਾਂ ਨੂੰ, ਸੁੱਖ ਸਹੂਲਤਾਂ ਨੂੰ ਮੰਨ ਲੈਂਦੇ ਆ ਵੀ ਇਹ ਦਾਤਾਂ ਨੇ ਰੱਬ ਦੀਆਂ। ਆ ਜਿਹੜਾ ਸਰੀਰ ਪ੍ਰਮਾਤਮਾ ਨੇ ਬਖਸ਼ਿਆ, ਇਹਨੂੰ ਕਦੋਂ ਮੰਨਾਂਗੇ ਵੀ ਇਹ ਵੀ ਰੱਬ ਦੀ ਦਾਤ ਹੈ? ਤੇ ਜੇ ਰੱਬ ਦੀ ਦਾਤ ਹੈ ਫਿਰ ਰੱਬ ਦਾ ਸਿਮਰਨ ਆਪਾਂ ਕਿੰਨਾ ਕੁ ਕਰਦੇ ਹਾਂ? ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਗੁਰਮੁਖ ਪਰਿਵਾਰ ਉੱਤੇ ਨਵੇਂ ਮਹਿਲ ਬਖਸ਼ਿਸ਼ ਕੀਤੇ ਹਨ। ਮਹਿਲਾਂ ਨੂੰ ਪਾ ਕੇ ਦਾਤੇ ਦਾ ਸ਼ੁਕਰਾਨਾ ਕਰਦਿਆਂ ਸ੍ਰੀ ਅਖੰਡ ਪਾਠ ਸਾਹਿਬ ਪਰਸੋਂ ਰੋਜ਼ ਤੋਂ ਪ੍ਰਾਰੰਭ ਕਰਵਾਏ ਸਨ। ਸੋ ਆਪਾਂ ਸਾਰੇ ਸਾਧ ਸੰਗਤ ਜੀ ਪ੍ਰਮਾਤਮਾ ਦੇ ਪਾਸੋਂ ਦਿਨ ਰਾਤ ਦਾਤਾ ਮੰਗ ਰਹੇ ਹਾਂ। ਦਾਤਾ ਆਪਾਂ ਨੂੰ ਦਾਤਾਂ ਦੇ ਰਿਹਾ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ। ਪਹਿਲਾਂ ਤੇ ਮਨ ਦੇ ਵਿੱਚ ਆਪਾਂ ਧਾਰ ਲਈਏ ਕਿ ਦਾਤਾਂ ਜਿਹੜੀਆਂ ਨੇ ਉਹ ਦਾਤੇ ਦੇ ਕੋਲੋਂ ਹੀ ਮੰਗਣੀਆਂ ਨੇ, ਹੋਰ ਦੁਨੀਆ ਦੇ ਵਿੱਚ ਕਿਤੋਂ ਨਹੀਂ ਮੰਗਣੀਆਂ। ਕਿਉਂਕਿ ਦੁਨੀਆ ਜੇ ਦੇ ਵੀ ਦੇਗੀ ਫਿਰ ਇੱਕ ਵਾਰੀ ਨਹੀਂ ਨੂੰ 1000 ਵਾਰੀ ਗਣਾਏਗੀ, ਤੈਨੂੰ ਉੱਥੇ ਦਿੱਤਾ ਸੀ ਨਾ ਮੈਂ, ਸਾਰੀ ਜ਼ਿੰਦਗੀ ਜਨਾਏਗੀ। ਪਰ ਪ੍ਰਮਾਤਮਾ ਜਿਹਨੂੰ ਜੋ ਵੀ ਦਾਤ ਦੇ ਦੇਵੇ, ਮੁੜ ਕੇ ਪ੍ਰਮਾਤਮਾ ਜਨਾਂਦਾ ਨਹੀਂ ਵੀ ਤੈਨੂੰ ਆ ਪਿੱਛੇ ਜੀ ਮੈਂ ਆਹ ਦਾਤ ਦਿੱਤੀ ਤੂੰ ਫੇਰ ਆ ਗਿਆ। ਤਾਂ ਕਰਕੇ ਮਹਾਰਾਜ ਨੇ ਬਚਨ ਕੀਤਾ ਹੈ ਨਾ, ਦਾਦਾ ਦਾਤਾ ਏਕ ਹੈ ਸਭ ਕੋ ਦੇਵਨ। ਉਹ ਏਡਾ ਵੱਡਾ ਦਾਤਾ, ਇਹ ਦਿੰਦੇ ਤੋਟ ਨਾ ਆਵਈ ਅਗਣਤ ਭਰੇ। ਸਾਧ ਸੰਗਤ ਜੀ ਆ ਦਾਤਾਂ ਜਿਹੜੀਆਂ ਨੇ ਨਾ, ਭਾਵੇਂ ਆਪਾਂ ਨੂੰ ਘਰ ਬਖਸ਼ਿਆ ਮਹਾਰਾਜ ਨੇ, ਭਾਵੇਂ ਸਰੀਰ ਬਖਸ਼ਿਆ, ਭਾਵੇਂ ਆਪਾਂ ਨੂੰ ਧੀਆਂ ਪੁੱਤਰ ਬਖਸ਼ੇ ਨੇ, ਭਾਵੇਂ ਆਪਾਂ ਨੂੰ ਦੁਨੀਆ ਦੇ ਵਿੱਚ ਆਪਣੀ ਇੱਜ਼ਤ ਮਾਨ ਵਡਿਆਈ ਸੋਭਾ ਹੋ ਰਹੀ ਹੈ, ਤਾਂ ਇਹ ਸਾਰੀਆਂ ਪ੍ਰਮਾਤਮਾ ਦੀਆਂ ਦਾਤਾਂ ਨੇ। ਤੇ ਆਪਾਂ ਨੂੰ ਚੇਤਾ ਰੱਖਣਾ ਚਾਹੀਦਾ ਦਾਤੇ ਨੂੰ, ਉਹਦੀਆਂ ਦਾਤਾਂ ਪਾ ਕੇ ਆਸਾਨ ਫਰਾਮੋਸ਼ ਨਹੀਂ ਹੋਣਾ। ਦਾਤੇ ਦੀਆਂ ਦਾਤਾਂ ਨੂੰ ਪਾ ਕੇ ਦਾਤਾਂ ਨੂੰ ਚਿੱਤਾ ਰੱਖਣਾ ਹਮੇਸ਼ਾ। ਸੋ ਪਰਿਵਾਰ ਨੇ ਅਕਾਲ ਪੁਰਖ ਵਾਹਿਗੁਰੂ ਦੀਆਂ ਦਾਤਾਂ ਜੋ ਬਖਸ਼ੀਆਂ ਨੇ, ਘਰ ਮਹਿਲ ਬਖਸ਼ੇ ਨੇ ਸਤਿਗੁਰਾਂ ਨੇ, ਉਹਨੂੰ ਪਾ ਕੇ ਦਾਤੇ ਦਾ ਸ਼ੁਕਰਾਨਾ ਕੀਤਾ। ਹੁਣ ਘਰ ਤਾਂ ਦੇਖ ਲਓ ਤਿਆਰ ਹੋਣ ਵਾਸਤੇ ਕਿੰਨਾ ਸਮਾਂ ਲੱਗ ਜਾਂਦਾ। ਕਦੇ ਰਾਜ ਮਿਸਤਰੀ ਕੰਮ ਕਰਦੇ ਆ, ਕਦੇ ਪੇਂਟ ਵਾਲੇ ਕੰਮ ਕਰਦੇ ਆ, ਕਦੇ ਇਲੈਕਟ੍ਰੀਸ਼ੀਅਨ ਵਾਲੇ ਆ ਗਏ। ਪਰ ਇਹ ਘਰ ਪੂਰਾ ਕਦੋਂ ਹੁੰਦਾ? ਜਿੱਦਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਕੇ ਆਪਣੇ ਚਰਨ ਪਾਉਂਦੇ ਆ, ਉਦੋਂ ਇਹੀ ਘਰ ਜਿਹੜਾ ਸੋਭਨੀਕ ਹੋ ਜਾਂਦਾ, ਉਹ ਮਾਹੌਲ ਜਿਹੜਾ ਹੈ ਸੁਹਾਵਣਾ ਹੋ ਜਾਂਦਾ, ਉਹ ਘਰ ਪਵਿੱਤਰ ਹੋ ਜਾਂਦਾ। ਕਿਉਂਕਿ ਗੁਰੂ ਸਾਹਿਬ ਜੀ ਦੇ ਬਾਣੀ ਦੇ ਪ੍ਰਵਾਹ ਚੱਲਦੇ ਆ। ਤੇ ਭਗਤ ਕਬੀਰ ਜੀ ਨੇ ਬਚਨ ਕੀਤਾ, ਕਹਿੰਦੇ ਜਿਹੇ ਘਰ ਸਾਧਨਾ ਸੇਵੀਆ ਹਰ ਕੀ ਸੇਵਾ ਨਾਹੀ, ਤੇ ਘਰ ਮਰਹਟ ਸਾਰਖੇ ਭੂਤ ਬਸੇ ਤਿੰਨ। ਜਿੱਥੇ ਕਹਿੰਦੇ ਪ੍ਰਮਾਤਮਾ ਦੇ ਚਰਨ ਨਹੀਂ ਪਏ, ਜਿੱਥੇ ਪ੍ਰਮਾਤਮਾ ਦੀ ਬਾਣੀ ਦਾ ਪ੍ਰਵਾਹ ਨਹੀਂ ਚੱਲਿਆ, ਜਿੱਥੇ ਸੰਗਤ ਦੇ ਚਰਨ ਨਹੀਂ ਪਏ, ਗੁਰੂ ਕੇ ਲੰਗਰਾਂ ਦੀ ਸੇਵਾ ਨਹੀਂ ਹੋਈ ਕਦੇ, ਮਹਾਰਾਜ ਜੀ ਕਹਿੰਦੇ ਉਹ ਘਰ ਨਹੀਂ ਹੈ। ਹੁਣ ਇੱਥੇ ਤਾਂ ਇਹ ਘਰ ਜਿਹੜਾ ਅੱਜ ਬੈਕੁੰਠ ਬਣਿਆ ਪਿਆ ਹੈ ਨਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਨੇ, ਪਾਠੀ ਸਿੰਘ ਆਏ ਨੇ, ਆਪਾਂ ਸਾਰੀ ਸੰਗਤ ਗੁਰੂ ਦੇ ਚਰਨਾਂ ਵਿੱਚ ਸਜੀ ਪਈ ਹੈ। ਇਹੀ ਘਰ ਅੱਜ ਸੋਭਨੀਕ ਹੈ। ਤੇ ਭਗਤ ਕਬੀਰ ਜੀ ਦੇ ਬਚਨ ਜਿਹੜੇ ਨੇ ਉਹ ਆਪਣੇ ਭਲੇ ਵਾਸਤੇ, ਭਗਤ ਕਬੀਰ ਜੀ ਕਹਿੰਦੇ ਜਿੱਥੇ ਪ੍ਰਮਾਤਮਾ ਦਾ ਨਾਮ ਨਹੀਂ ਨਾ ਜਪਿਆ ਜਾਂਦਾ, ਸਿਮਰਨ ਬੰਦਗੀ ਨਹੀਂ ਹੁੰਦੀ, ਉਹ ਘਰ ਜਿਹੜੇ ਨੇ ਸ਼ਮਸ਼ਾਨ ਭੂਮਿਕਾ ਵਰਗੇ ਨੇ, ਜਿੱਥੇ ਰੱਬ ਦੇ ਕਦੇ ਚਰਨ ਹੀ ਨਹੀਂ ਪਏ, ਕਦੇ ਗੁਰਬਾਣੀ ਦੇ ਪਾਠ ਨਹੀਂ ਹੋਏ, ਕਦੇ ਸੇਵਾ ਸਿਮਰਨ ਨਹੀਂ ਹੋਇਆ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਣੀ ਵਿੱਚ ਉਪਦੇਸ਼ ਕਰਦੇ ਆ, ਜਿੱਥੈ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਅੱਜ ਉਹੀ ਥਾਂ ਹੈ ਸੁਹਾਵਣਾ ਹੋਇਆ ਪਿਆ ਜਿੱਥੇ ਮਹਾਰਾਜ ਨੇ ਆਪਣੇ ਚਰਨ ਪਾਏ ਨੇ। ਗੁਰਸਿੱਖੀ ਸੋ ਥਨ ਭਾਲਿਆ, ਲੈ ਧੂਰ ਮੁਖ ਲਾਵਾ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਪਦੇਸ਼ ਕਰਦੇ ਨੇ, ਕਹਿੰਦੇ ਉਹ ਘਰ ਜਿਹੜਾ ਹੈ ਨਾ, ਉਹ ਅੱਜ ਸੋਭਨੀਕ ਹੋਇਆ ਪਿਆ, ਸੁਹਾਵਣਾ ਹੋਇਆ ਪਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਚਰਨ ਪਾਏ ਨੇ। ਆਓ
महाराज जी ने बाणी दे विचों उपदेश किया, वो जगह की शोभा की है, वड्याई की महाराज ने, जिहड़ी जगह ते गुरु ग्रंथ साहिब जी चरण पाते हैं। ओह थान सुहावा हो जावे, जिथे सतगुरु जाए बैठ दे। ओह थान सुहावा हो जावे, जिथे सतगुरु जाए बैठ दे। बैठ दे। ओ थान सुहावा हो जावे, जिथे सतगुरु जाए बैठ दे। सतगुरु जी जाए बैठ दे, जिथे सतगुरु जी जाए बैठ दे। सतगुरु जी जाए बैठ दे, जिथे सतगुरु जी जाए बैठ दे। जावे सुहावा हो जावे, जिथे सतगुरु जाए बैठ दे। ओह थान सुहावा हो जावे, जिथे सतगुरु जाए बैठ दे। है मेरा सतगुरु ओ थान सुहावा राम राजे, गुर सिखे सो थान पालिया। सिखे सो थान पालिया, मैं धूर मुख लावा, गुर सिखा के खल खाए पाए।
ਕੇ ਕਾਲ ਥਾਏ ਪਏ। ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ। ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਬਚਨ ਕਰਦੇ ਆ। ਕਹਿੰਦੇ ਉਹ ਥਾਂ, ਉਹ ਜਗ੍ਹਾ, ਉਹ ਘਰ ਉਦੋਂ ਪਵਿੱਤਰ ਹੋ ਜਾਂਦਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਮੁਬਾਰਕ ਚਰਨ ਪਾਉਂਦੇ ਆ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਕਹਿੰਦੇ ਸਿੱਖਾਂ ਨੇ ਉਹ ਥਾਂ ਜਿੱਥੇ ਗੁਰੂ ਆਪਣੇ ਮੁਬਾਰਕ ਚਰਨ ਪਾਉਂਦਾ ਉਹਦੀ ਧੂੜੀ ਚੱਕ ਕੇ ਆਪਣੇ ਮਸਤਕ ਨੂੰ ਲਾ ਕੇ ਆਪਣੇ ਆਪ ਨੂੰ ਸਿੱਖ ਵਡਭਾਗਾ ਸਮਝਦੇ ਆ। ਗੁਰਸਿੱਖੀ ਸੋ ਥਾਨ ਭਾਲਿਆ ਲੈ ਗੁਰਸਿੱਖਾਂ ਕੀ ਕਾਲ ਥਾਏ ਪਈ। ਜਿਨ ਹਰ ਨਾਮ ਕਹਿੰਦੇ ਸਿੱਖਾਂ ਦੀ ਘਾਲਣਾ ਕਮਾਈ ਥਾਏ ਪੈ ਜਾਂਦੀ ਹੈ ਜਦੋਂ ਗੁਰੂ ਆਪਣੀ ਗਲਵੱਕੜੀ ਵਿੱਚ ਲੈਂਦਾ, ਆਪਣੇ ਕੰਠ ਦੇ ਨਾਲ ਲੈਂਦਾ। ਕੰਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ। ਸੋ ਗੁਰੂ ਸਾਹਿਬ ਜੀ ਅਸੀਸਾਂ ਬਖਸ਼ਦੇ ਆ ਸਿੱਖ ਨੂੰ ਜਦੋਂ ਨਿਹਾਲ ਹੁੰਦੇ ਆ। ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ। ਫਿਰ ਅੱਗੇ ਬਚਨ ਕਰਦੇ ਆ ਮਹਾਰਾਜ ਜੀ ਜਿਹੜੇ ਸਿੱਖ ਇੰਨੀਆਂ ਕਮਾਈਆਂ ਕਰ ਜਾਂਦੇ ਆ ਫਿਰ ਗੁਰੂ ਕੀ ਕਿਰਪਾ ਕਰਦਾ ਹੈ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ। ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਜਿਹੜੇ ਸਿੱਖ ਹਰ ਗੱਲ ਦੇ ਵਿੱਚ ਗੁਰੂ ਦਾ ਆਸਾ ਲੋੜਦੇ ਆ, ਹਰ ਕੰਮ ਦੇ ਵਿੱਚ ਗੁਰੂ ਦੀ ਓਟ ਲੈਂਦੇ ਆ। ਫਿਰ ਗੁਰੂ ਕਿਰਪਾ ਕਰਦਾ ਸਾਧ ਸੰਗਤ ਜੀ ਦੁਨੀਆ ਦੇ ਵਿੱਚ ਉਹਨਾਂ ਦੀ ਸੋਭਾ ਵਡਿਆਈ ਕਰਾਉਣ ਲੱਗਿਆਂ ਦੇਰ ਨਹੀਂ ਲਾਂਦਾ ਪ੍ਰਮਾਤਮਾ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਦੀ ਪੂਜਾ ਕੀਤੀ, ਉਹਦੀ ਸੇਵਾ ਕੀਤੀ, ਉਹਦਾ ਸਿਮਰਨ ਕੀਤਾ। ਉਹਨਾਂ ਦੀ ਪੂਜਾ ਪ੍ਰਮਾਤਮਾ ਦੁਨੀਆ ਦੇ ਵਿੱਚ ਕਰਾਂਦਾ ਹੋਈ ਨਹੀਂ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੇ ਪ੍ਰਮਾਤਮਾ ਦੀ ਬੰਦਗੀ ਸਿਮਰਨ ਅਭਿਆਸ ਕੀਤਾ। ਅੱਜ ਦੁਨੀਆ ਜਾਣਦੀ ਹੈ ਨਾ ਵੀ ਬਾਬਾ ਅਤਰ ਸਿੰਘ ਜੀ ਹੋਇਆ। ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ 50 ਸਾਲ ਸਿੱਧੀਆਂ ਮਲਵਈ ਧਾਰਨਾ ਦੇ ਵਿੱਚ ਕੀਰਤਨ ਕੀਤਾ। ਦੁਨੀਆ 'ਚ ਅੱਜ ਕੌਣ ਭੁੱਲਿਆ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਕੌਣ ਭੁੱਲਿਆ ਅੱਜ ਦੁਨੀਆ ਵਿੱਚ। ਭਗਤ ਕਬੀਰ ਜੀ ਸਾਧ ਸੰਗਤ ਜੀ ਕਾਂਸੀ ਦੇ ਵਿੱਚ ਭਾਵੇਂ ਰਹਿੰਦੇ ਆ, ਕੋਈ ਉਹਨਾਂ ਦੇ 10 ਮੰਜ਼ਲੇ ਮਹਿਲ ਨਹੀਂ ਹੈ, ਕੋਈ ਉਹਨਾਂ ਦੇ ਕੋਲ 1000 ਲੱਖਾਂ ਫੌਜਾਂ ਨਹੀਂ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਅੱਜ ਦੁਨੀਆ ਦੇ ਵਿੱਚ ਭਗਤ ਕਬੀਰ ਬੱਚਾ ਬੱਚਾ ਜਾਣਦਾ ਭਗਤ ਕਬੀਰ ਜਿਹਨੂੰ ਵੀ ਭਗਤ ਕਬੀਰ ਜੀ ਹੋਏ ਆ। ਜਿਹੜਾ ਉਸ ਸਮੇਂ ਦਾ ਬਾਦਸ਼ਾਹ ਸੀਗਾ, ਸਿਕੰਦਰ ਲੋਧੀ ਬਾਦਸ਼ਾਹ ਸੀਗਾ। ਅੱਜ ਤੁਹਾਨੂੰ ਤੋਂ ਕਿਸੇ ਨੂੰ ਪੁੱਛ ਲੈ ਖੜਾ ਹੋ ਕੇ ਵੀ ਕੌਣ ਸੀਗਾ ਬਾਦਸ਼ਾਹ, ਕਿਸੇ ਨੂੰ ਨਹੀਂ ਪਤਾ ਹੋਣਾ। ਪਰ ਇੱਕ ਨਾਮ ਜਪਣ ਵਾਲਾ ਕੁੱਲੀ ਦੇ ਵਿੱਚ ਰਹਿੰਦਾ, ਕੱਖਾਂ ਦੀ ਕੁੱਲੀ ਦੇ ਵਿੱਚ। ਛੰਨਾਂ ਦੇਖੀਆਂ ਹੋਣੀਆਂ ਤੁਸੀਂ ਪਾਈਆਂ ਵੀ ਆ। ਛੰਨ ਦੇ ਵਿੱਚ ਰਹਿਣ ਵਾਲਾ ਸਿਮਰਨ ਬੰਦਗੀ ਕਰਦਾ ਤੇ ਕਾਂਸੀ ਦੇ ਲੋਕ ਕਹਿੰਦੇ ਆ ਲੋਕੋ ਇਹ ਭੁਲੇਖਾ ਪੈ ਗਿਆ ਵੀ ਹੁਣ ਕਬੀਰ ਤੁਰਿਆ ਜਾ ਰਿਹਾ ਕਿ ਰੱਬ ਤੁਰਿਆ ਜਾ ਰਿਹਾ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ। ਇੱਥੇ ਤੱਕ ਪਰਮਾਤਮਾ ਵਡਿਆਈ ਕਰਾ ਦਿੰਦਾ ਨਾਮ ਜਪਣ ਵਾਲਿਆਂ ਦੀ, ਸਿਮਰਨ ਕਰਨ ਵਾਲਿਆਂ ਦੀ, ਬੰਦਗੀ ਕਰਨ ਵਾਲਿਆਂ ਦੀ। ਗੱਲ ਸਾਰੀ ਸਿਮਰਨ ਤੇ ਟਿਕੀ ਹੈ। ਜਿੱਧਰ ਮਰਜ਼ੀ ਘੁੰਮ ਲਈਏ ਦੁਨੀਆ ਦੇ ਵਿੱਚ, ਜੇ ਆਪਣੇ ਪੱਲੇ ਸਿਮਰਨ ਨਹੀਂ ਤਾਂ ਬਾਹਰ ਨਹੀਂ ਪਰਸਨੈਲਿਟੀ ਜਿੰਨੀ ਮਰਜ਼ੀ ਬਣਾਈ ਫਿਰੀਏ ਦੁਨੀਆ ਵਿੱਚ ਕਿਸੇ ਕੰਮ ਨਹੀਂ ਆ। ਸੱਚੇ ਪਾਤਸ਼ਾਹ ਜੀ ਤਾਂ ਇੱਥੇ ਤੱਕ ਕਹਿੰਦੇ ਨੇ, ਕਹਿੰਦੇ ਉਹ ਕਿਸੇ ਕੰਮ ਨਹੀਂ ਹੈ ਜਿਹਦੇ ਪੱਲੇ ਨਾਮ ਨਹੀਂ ਆ, ਨਿਤਨੇਮ ਨਹੀਂ ਹੈ, ਸਿਮਰਨ ਨਹੀਂ ਹੈ, ਬੰਦਗੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਤਾਂ ਬੰਦਾ ਹੀ ਨਹੀਂ ਮੰਨਦੇ ਆਪਾਂ ਨੂੰ। ਆਪਾਂ ਬੇਸ਼ੱਕ ਜੋ ਮਰਜ਼ੀ ਲਿਖਾਈ ਜਾਈਏ, ਜੇ ਨਾਮ ਦੇ ਵਿੱਚ ਮਾੜੀ ਜਿਹੀ ਮਿਸਟੇਕ ਹੋ ਜਾਏ ਨਾ, ਕਿਸੇ ਕੋਲੋਂ ਕੰਨਾ ਕੁਛ ਲਾਣਾ ਭੁੱਲ ਜਾਏ, ਲੜਨ ਲੜਾਣ ਤੱਕ ਜਾਂਦੇ ਆਪਾਂ, ਮੇਰੇ ਨਾਂ ਦੇ ਨਾਲ ਫਲਾਣਾ ਸਿੰਘ ਨਹੀਂ ਲਾਇਆ ਤੂੰ,
ਤੇ ਜੇ ਰੱਬ ਨੂੰ ਗੁਰੂ ਗ੍ਰੰਥ ਸਾਹਿਬ ਨੇ ਪੁੱਛੀਏ, ਮਹਾਰਾਜ ਤਾਂ ਬੰਦਾ ਹੀ ਨਹੀਂ ਮੰਨਦੇ ਆਪਾਂ ਨੂੰ। ਬੰਦਾ ਮੰਨਦੇ ਆ ਕਿਹਨੂੰ? ਜਿਹੜਾ ਬੰਦਗੀ ਕਰ ਰਿਹਾ ਪ੍ਰਮਾਤਮਾ ਦੀ। ਬੰਦਾ ਹੋਏ ਸੋ ਬੰਦਗੀ ਗਹਿ। ਕਹਿੰਦੇ ਬੰਦਾ ਤੇਰੇ ਵਿੱਚ ਗੁਣ ਇੱਕ ਹੈ ਜੇ ਤੂੰ ਸਿਮਰਨ ਕਰਦਾ ਹੈ, ਨਹੀਂ ਤਾਂ ਫਿਰ ਕੀ ਹੈ? ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਤੇਰੇ ਵਿੱਚ ਪਸ਼ੂ ਵਿੱਚ ਕੋਈ ਬਹੁਤਾ ਅੰਤਰਾ ਨਹੀਂ ਹੈ ਜੇ ਤੂੰ ਰੱਬ ਨਾਲੋਂ, ਸਿਮਰਨ ਨਾਲੋਂ, ਬਾਣੀ ਨਾਲੋਂ, ਨਿਤਨੇਮ ਨਾਲੋਂ, ਅੰਮ੍ਰਿਤ ਵੇਲੇ ਨਾਲੋਂ ਟੁੱਟਿਆ ਹੋਇਆ। ਸੋ ਇਸ ਕਰਕੇ ਬੰਦੇ ਦੀਆਂ ਨਿਸ਼ਾਨੀਆਂ ਨੇ, ਉਹ ਬੰਦਗੀ ਨਾਲ ਜੁੜਿਆ ਰਹੇ, ਸਿਮਰਨ ਬੰਦਗੀ ਕਰਦਾ ਰਵੇ, ਅੰਮ੍ਰਿਤ ਵੇਲਾ ਨਾ ਖੰਝਾਵੇ, ਉਹ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ। ਦਸਮ ਪਾਤਸ਼ਾਹ ਮਹਾਰਾਜ ਨੂੰ ਕਿਸੇ ਨੇ ਬੇਨਤੀ ਕਰਕੇ ਪੁੱਛਿਆ ਸੀਗਾ, ਮਹਾਰਾਜ ਇੱਕ ਗੱਲ ਦੱਸੋ ਵੀ ਤੁਹਾਨੂੰ ਚੰਗਾ ਕੀ ਲੱਗਦਾ ਦੁਨੀਆ ਵਿੱਚ, ਪਿਆਰਾ ਕੀ ਲੱਗਦਾ ਸਭ ਤੋਂ? ਤਾਂ ਮਹਾਰਾਜ ਜੀ ਬਚਨ ਕਰਦੇ ਆ, ਕਹਿੰਦੇ ਆ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ। ਕਹਿੰਦਾ ਮੈਨੂੰ ਸਿੱਖ ਵਧੀਆ ਚਿੱਟੇ ਕੱਪੜੇ ਪਾ ਲੇ, ਪੱਗ ਸੋਹਣੀ ਬੰਨ ਲਵੇ, ਕਿਰਪਾਨ ਪਾਈ ਹੋਵੇ, ਪੂਰੀ ਬਾਹਰੋਂ ਪਹਿਰਾਵਾ ਪੂਰਾ ਹੋਵੇ ਉਹਦਾ। ਪਰ ਮਹਾਰਾਜ ਨੇ ਜਿਹੜੀ ਗੱਲ ਦੇਖਣੀ ਹੈ ਉਹ ਕੀ ਹੈ? ਮਹਾਰਾਜ ਜੀ ਕਹਿੰਦੇ ਜਿਨ ਭੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ। ਕਹਿੰਦੇ ਉਹ ਸਾਡਾ ਸਿੱਖ ਹੀ ਨਹੀਂ ਲੱਗਦਾ ਜਿਹੜਾ ਬਾਣੀ ਨਾਲ ਪਿਆਰ ਨਹੀਂ ਕਰਦਾ, ਅਭਿਆਸ ਨਹੀਂ ਕਰਦਾ। ਸਾਨੂੰ ਇੱਕੋ ਹੀ ਚੀਜ਼ ਪਿਆਰੀ ਹੈ, ਸਿੱਖ ਪਿਆਰਾ ਮੁਝ ਕੋ ਰਹਿਤ ਪਿਆਰੀ। ਸਿੱਖ ਪਿਆਰਾ ਨਹੀਂ, ਰਹਿਤ ਪਿਆਰੀ ਆ ਮਹਾਰਾਜ ਨੂੰ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਕੇ ਸਿਮਰਨ ਦੇ ਨਾਲ ਜਿਹੜਾ ਜੁੜਿਆ ਰਵੇ ਉਹ ਪ੍ਰਮਾਤਮਾ ਨੂੰ ਬੜਾ ਪਿਆਰਾ ਲੱਗਦਾ। ਸੋ ਇਸ ਕਰਕੇ ਆਪਾਂ ਵਿਚਾਰ ਕਰ ਰਹੇ ਸੀਗੇ ਮਹਾਰਾਜ ਦੇ ਚਰਨਾਂ 'ਚ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਸ਼ਬਦ ਦੀ, ਕਿ ਜਿਨ੍ਹਾਂ ਨੇ ਨਾਮ ਜਪਿਆ ਪ੍ਰਮਾਤਮਾ ਨੇ ਉਹਨਾਂ ਦੀ ਵਡਿਆਈ ਸੋਭਾ ਕਰਵਾਈ ਦੁਨੀਆ ਦੇ ਵਿੱਚ। ਆਪਣਾ ਖਿਆਲ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਚੱਲੋ। ਅੰਮ੍ਰਿਤਸਰ ਸਿਫਤੀ ਦਾ ਘਰ, ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਹਾਤੈ ਕਊਆ ਹੰਸ ਹੋਹੈ। ਉਹ ਕਹਿੰਦੇ ਅੰਮ੍ਰਿਤਸਰ ਦੀ ਧਰਤੀ ਜਿੱਥੇ ਕਾਲੇ ਕਊਏ ਵੜਦੇ ਆ ਵਿੱਚ ਜਲ ਦੇ, ਇਸ਼ਨਾਨ ਕਰਕੇ ਚਿੱਟੇ ਹੰਸਾਂ ਵਰਗੇ ਹੋ ਕੇ ਨਿਕਲਦੇ ਆ। ਅੱਜ ਤਾਂ ਇਹ ਗੱਲਾਂ ਤੇ ਵੀ ਕਿੰਤੂ ਹੋ ਰਹੇ ਨੇ ਵੀ ਇਹ ਤਾਂ ਹੋ ਹੀ ਨਹੀਂ ਸਕਦਾ। ਕਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਿਆ ਕਰੋ, ਕੱਲਾ ਕਿੰਤੂ ਹੀ ਨਾ ਕਰੀ ਜਾ ਕਰੋ। ਮਹਾਰਾਜ ਤਾਂ ਇੱਥੇ ਤੱਕ ਕਹਿੰਦੇ ਆ ਪ੍ਰਭ ਭਾਵੈ ਬਿਨ, ਉਹ ਤਾਂ ਕਹਿੰਦੇ ਬਿਨਾਂ ਸਾਹਾਂ ਤੋਂ ਵੀ ਜਿੰਦਾ ਰੱਖ ਸਕਦਾ ਬੰਦੇ ਨੂੰ। ਅਸੀਂ ਅਜੇ ਥੱਲੇ ਹੱਥ ਪੈਰ ਮਾਰਦੇ ਫਿਰਦੇ ਆ ਦੁਨੀਆ 'ਚ। ਸੋ ਇਸ ਕਰਕੇ ਗੁਰੂ ਸਾਹਿਬ ਜੀ ਬਾਰ-ਬਾਰ ਸਾਨੂੰ ਸੁਚੇਤ ਕਰਦੇ ਆ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਤਖਤ ਤੇ ਬਿਰਾਜਮਾਨ ਹੁੰਦੇ ਆ। ਛੇਵੇਂ ਪਾਤਸ਼ਾਹ ਗੋਰਖ ਮਤਾ ਜਿਹੜਾ ਗੁਰੂ ਘਰ ਸੀਗਾ, ਉੱਥੇ ਅਲਮਸਤ ਇੱਕ ਗੁਰੂ ਕਾ ਸਿੱਖ ਸੇਵਾ ਕਰਦਾ ਸੀਗਾ। ਉੱਥੇ ਦਰਸ਼ਨਾਂ ਵਾਸਤੇ ਗਿਆ ਜਦੋਂ, ਗੁਰੂ ਨਾਨਕ ਸਾਹਿਬ ਦਾ ਸਥਾਨ ਸੀਗਾ। ਕੀ ਦੇਖ ਰਿਹਾ ਉੱਥੇ? ਸਿੱਧਾਂ ਨੇ ਆਪਣਾ ਕਬਜ਼ਾ ਕੀਤਾ ਪਿਆ। ਕਬਜ਼ਾ ਕਰਕੇ ਉੱਥੇ ਬੁਰਾਈਆਂ ਕਰਦੇ ਨੇ, ਮਨ ਆਈਆਂ ਕਰਦੇ ਨੇ, ਬੁਰਾ ਭਲਾ ਬੋਲਦੇ ਨੇ। ਜੋ ਗੁਰੂ ਸਾਹਿਬ ਦੀ ਚਾਲੀ ਸੀਗੀ, ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ, ਉਹ ਗੱਲਾਂ ਛੱਡ ਦਿੱਤੀਆਂ। ਪੁੰਨ ਦਾਨ ਕਾ ਕਰੈ ਸਰੀਰ ਸੋ ਗਿਰਹੀ ਗੰਗਾ ਕਾ, ਇਹ ਗੱਲਾਂ ਛੱਡ ਦਿੱਤੀਆਂ। ਸਿੱਧਾ ਨੇ ਉੱਥੇ ਕਬਜ਼ਾ ਕਰ ਦਿੱਤਾ, ਕਰਕੇ ਮਨ ਆਈਆਂ ਕੀਤੀਆਂ, ਧੱਕਾ ਕੀਤਾ ਸੰਗਤ ਨਾਲ, ਬੁਰਾ ਭਲਾ ਬੋਲਦੇ ਨੇ, ਕੁੱਟਦੇ ਮਾਰਦੇ ਨੇ। ਇੱਕ ਅਲਮਸਤ ਗੁਰੂ ਕਾ ਸਿੱਖ ਜਦੋਂ ਗਿਆ, ਜਾ ਕੇ ਬੇਅਦਬੀ ਦੇਖੀ ਹੁੰਦੀ ਗੁਰੂ ਘਰ ਦੀ, ਤਾਂ ਰਿਹਾ ਨਹੀਂ ਗਿਆ, ਉੱਥੇ ਹੀ ਆਪਣਾ ਆਸਣ ਜਮਾ ਲਿਆ। ਕਹਿੰਦਾ ਹੁਣ ਚਾਹੇ ਮਰੀਏ ਚਾਹੇ ਜੀਏ, ਬਸ ਇਹ ਜਨਮ ਤੁਮਾਰੇ, ਇਹ ਜਨਮ ਮਹਾਰਾਜ ਤੇਰੇ ਲੇਖੇ ਵਿੱਚ ਹੈ। ਹੁਣ ਉੱਥੇ ਸਵੇਰੇ ਸ਼ਾਮ ਇਸ਼ਨਾਨ ਪਾਣ ਕਰਕੇ ਸਿਮਰਨ ਕਰਦਾ, ਧੂਫ ਬੱਤੀ ਕਰਦਾ, ਜੋਤ ਲਾ ਦਿੰਦਾ ਗੁਰੂ ਕੇ ਸਥਾਨ ਤੇ। ਉਹ ਸਿੱਧ ਜਿਹੜੇ ਨੇ ਉਹ ਈਰਖਾ ਕਰਦੇ ਨੇ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ। ਜਿਨ੍ਹਾਂ ਦੇ ਅੰਦਰ ਤਾਤ ਪਰਾਈ, ਈਰਖਾ ਨੂੰ ਕਹਿੰਦੇ ਨੇ,
ਉਹ ਹੋਵੇਗੀ ਕਹਿੰਦੇ ਉਹਦਾ ਭਲਾ ਨਹੀਂ ਹੋ ਸਕਦਾ ਮਹਾਰਾਜ ਕਹਿੰਦੇ ਕਦੇ ਵੀ। ਸੋ ਉਸ ਸਥਾਨ ਤੇ ਉਹ ਸਿੱਖ ਜਿਹੜਾ ਹੈ ਉਹ ਵੀ ਸੇਵਾ ਕਰਦਾ। ਉਹਨੇ ਸੋਚਿਆ ਵੀ ਇਹਨਾਂ ਨੇ ਧੱਕਾ ਕਰਨਾ, ਉਹਨੇ ਆਪਣੀ ਇੱਕ ਸਾਈਡ ਤੇ ਨਾ ਥੋੜੀ ਜਿਹੀ ਪਰਾਂ ਹਟ ਕੇ ਛੰਨ ਪਾ ਲਈ, ਉੱਥੇ ਰਹਿਣ ਲੱਗ ਪਿਆ। ਉਹ ਪ੍ਰਾਰਥਨਾ ਕੀਤੀ, ਅਰਦਾਸ ਕੀਤੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ। ਮਹਾਰਾਜ ਜੀ ਤਖਤ ਤੇ ਬੈਠੇ ਸੀਗੇ, ਇੱਕਦਮ ਸੱਚੇ ਪਾਤਸ਼ਾਹ ਤਖਤ ਤੇ ਬਿਰਾਜਮਾਨ ਸੀਗੇ ਤੇ ਸੰਗਤ ਨੂੰ ਮਹਾਰਾਜ ਸੰਬੋਧਨ ਕਰਕੇ ਕਹਿੰਦੇ, ਭਾਈ ਸਿੱਖ ਬੇਨਤੀ ਕਰ ਰਿਹਾ ਅੱਜ ਗੋਰਖ ਮੱਤੇ ਤੋਂ। ਕੀ ਬੇਨਤੀ ਕਰ ਰਿਹਾ ਮਹਾਰਾਜ? ਕਹਿੰਦੇ ਉੱਥੇ ਸਿੱਧਾਂ ਨੇ ਮਨ ਆਈਆਂ ਕਰਕੇ ਜਬਰ ਜਨਾਹ ਕਰ ਰਹੇ ਨੇ ਤੇ ਉੱਥੇ ਆਪਾਂ ਚੱਲਣਾ ਸੰਗਤ ਨੂੰ। ਕਹਿੰਦੇ ਮਹਾਰਾਜ ਇਧਰੋਂ ਭਾਈ ਕੀ ਡਰੋਲੀ ਤੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਸਾਂਢੂ ਸੀਗਾ ਸਾਈਂ ਦਾਸ, ਗੁਰੂ ਮਹਾਰਾਜ ਦੇ ਮਹਿਲ ਸੀਗੇ। ਬੀਬੀ ਦਮੋਦਰੀ ਉਹਨਾਂ ਦੀ ਭੈਣ ਸੀਗੀ ਜਿਹੜੀ ਸਾਈਂ ਦਾਸ ਨਾਲ ਵਿਆਹੀ ਹੋਈ ਸੀਗੀ, ਭਾਈ ਕੀ ਡਰੋਲੀ ਬੀਬੀ ਰਾਮੋ। ਹੁਣ ਭਾਈ ਸਾਈਂ ਦਾਸ ਨੇ ਘਰ ਮਹਿਲ ਬਣਾਏ ਨੇ, ਜਿਵੇਂ ਆਪਾਂ ਘਰ ਬਣਾਇਆ ਪਰਿਵਾਰ ਨੇ, ਤੇ ਸਿੱਖ ਦੇ ਮਨ ਦੇ ਵਿੱਚ ਇਹ ਫੁਰਨਾ ਹੋਣਾ ਚਾਹੀਦਾ ਜ਼ਰੂਰੀ ਵੀ ਅਸੀਂ ਬਾਅਦ ਦੇ ਵਿੱਚ ਨਿਵਾਸ ਕਰਨਾ, ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਘਰੇ ਬੁਲਾਣਾ। ਇਹ ਹਰ ਇੱਕ ਸਿੱਖ ਦੇ ਮਨ ਵਿੱਚ ਹੋਣਾ ਚਾਹੀਦਾ। ਗੁਰੂ ਤੋਂ ਪਰੇ ਸਭ ਕੁਝ ਉਜਾੜ ਹੈ ਸਿੱਖ ਵਾਸਤੇ। ਦਸਮ ਪਾਤਸ਼ਾਹ ਮਹਾਰਾਜ ਦਾ ਜੀਵਨ ਪੜ੍ਹੀਏ ਨਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਾਂ ਜਦੋਂ ਕਹਿੰਦੇ ਬਸਤਰ ਪਹਿਨਦੇ ਸੀ ਨਾ, ਉਦੋਂ ਵੀ ਕਹਿੰਦੇ ਸੀਗੇ ਤਪ ਪ੍ਰਸਾਦ ਵੀ ਤੇਰੀ ਕਿਰਪਾ ਨਾਲ ਬਸਤਰ ਪਹਿਨਿਆ। ਜੇ ਦਸਤਾਰਾ ਸਜਾਉਂਦੇ ਸੀਗੇ ਤਾਂ ਵੀ ਕਹਿੰਦੇ ਸੀਗੇ ਤਪ ਪ੍ਰਸਾਦ ਤੇਰੀ ਕਿਰਪਾ, ਤੇਰੀ ਰਹਿਮਤ, ਤੇਰੀ ਬਖਸ਼ਿਸ਼, ਤੇਰੀ ਦਇਆ। ਅੱਜ ਸਿੱਖ ਦਾ ਜੀਵਨ ਜਿਹੜਾ ਕਿੱਧਰ ਨੂੰ ਜਾ ਰਿਹਾ। ਸੋ ਭਾਈ ਸਾਈਂ ਦਾਸ ਨੇ ਘਰ ਮਕਾਨ ਬਣਾਏ, ਪਰ ਮਨ ਦੇ ਵਿੱਚ ਫੁਰਨਾ ਰੱਖ ਲਿਆ, ਕਹਿੰਦਾ ਇਹਨਾਂ ਦੇ ਵਿੱਚ ਆਪਾਂ ਵੜਨਾ ਨਹੀਂ, ਜਦ ਕਿ ਸਾਰੇ ਮੁਕੰਮਲ ਤਿਆਰ ਹੋ ਚੁੱਕੇ ਸੀਗੇ। ਰਹਿਸ਼ ਕਹਿੰਦਾ ਉਦਣ ਕਰਨੀ ਆ ਜਿੱਦਣ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ, ਗੁਰੂ ਹਰਗੋਬਿੰਦ ਪਾਤਸ਼ਾਹ ਆ ਕੇ ਆਪਣੇ ਮੁਬਾਰਕ ਚਰਨ ਪਾ ਦੇਣਗੇ, ਇਸ਼ਾਰਾ ਕਰ ਜਾਣਗੇ, ਫਿਰ ਇਸ ਘਰ ਦੇ ਵਿੱਚ ਅਸੀਂ ਪ੍ਰਵੇਸ਼ ਕਰਾਂਗੇ। ਇੰਨਾ ਭਾਵਨਾ ਹੋਣੀ ਚਾਹੀਦੀ ਆ। ਭਾਵਨੀ ਭਗਤ ਪਾਏ ਕੋਡੀ, ਅਗਰ ਭਾਵ ਰੱਖੈ ਤਾਹੇ ਗੁਰੂ ਸਰਬ ਨਿਦਾਨ ਦਾਨ ਦੇਤ ਹੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਹੁਣ ਸਿੱਖ ਨੇ ਮਨ ਦੇ ਵਿੱਚ ਭਾਵੇਂ ਸਾਂਢੂ ਲੱਗਦਾ ਸੀਗਾ ਦੁਨਿਆਵੀ ਰਿਸ਼ਤੇਦਾਰੀ, ਪਰ ਭਾਵਨਾ ਗੁਰੂ ਵਾਲੀ ਸੀਗੀ ਅੰਦਰ, ਸ਼ਰਧਾ। ਕਹਿੰਦਾ ਵੀ ਮਹਾਰਾਜ ਚਰਨ ਪਾਣਗੇ। ਮਹਾਰਾਜ ਆਪਣੇ ਮਹਿਲਾਂ ਨੂੰ, ਮਾਤਾ ਦਮੋਦਰੀ ਨੂੰ ਮਹਾਰਾਜ ਦੀ ਮਾਤਾ ਗੰਗਾ ਜੀ ਤੇ ਉਹਨਾਂ ਦੇ ਮਹਿਲ, ਮਾਤਾ ਨਾਨਕੀ ਜੀ ਤੇ ਮਾਤਾ ਦਮੋਦਰੀ ਜੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਮਹਿਲ ਸੀਗੇ ਨਾ, ਤੇ ਉਹਨਾਂ ਨੂੰ ਤੇ ਨਾਲ ਸਿੱਖਾਂ ਸੇਵਕਾਂ ਨੂੰ ਸੱਚੇ ਪਾਤਸ਼ਾਹ ਸੰਬੋਧਨ ਕਰਕੇ ਕਹਿੰਦੇ ਨੇ, ਭਾਈ ਤੁਸੀਂ ਭਾਈ ਕੀ ਡਰੋਲੀ ਪਹੁੰਚੋ, ਥੋੜੇ ਦਿਨਾਂ ਵਿੱਚ ਅਸੀਂ ਵੀ ਪਹੁੰਚ ਜਾਣਾ। ਮਹਾਰਾਜ ਜੀ 21 ਸਿੰਘ ਨਾਲ ਲੈ ਕੇ ਕਹਿੰਦੇ ਉੱਥੋਂ ਚਾਲਾ ਪਾ ਦਿੰਦੇ ਨੇ, ਅਕਾਲ ਤਖਤ ਸਾਹਿਬ ਤੋਂ ਕਰਤਾਰਪੁਰ ਪਹੁੰਚਦੇ ਨੇ। ਪਹਿਲਾਂ ਉੱਥੇ ਡੇਰਾ ਨਿਵਾਸ ਕਰਦੇ ਆ ਮਹਾਰਾਜ ਜੀ, ਉੱਥੇ ਰਾਤ ਕੱਟਦੇ ਆ। ਉੱਥੇ ਆ ਕੇ ਮਹਾਰਾਜ ਨੂੰ ਸਿੱਖਾਂ ਨੇ ਸੇਵਾ ਕੀਤੀ, ਲੰਗਰ ਪ੍ਰਸ਼ਾਦ ਪਾਣੀ ਤਿਆਰ ਕੀਤਾ। ਪਹਿੰਦੇ ਖਾਂ ਛੋਟੀ ਜਿਹੀ ਉਮਰ ਹੈ ਦੀ, 15 ਸਾਲ ਦੀ, ਆ ਕੇ ਨਮਸਕਾਰ ਕੀਤੀ। ਮਹਾਰਾਜ ਨੂੰ ਪਠਾਨ ਕਹਿੰਦੇ, ਮਹਾਰਾਜ ਵੀ ਆਹ ਬੱਚਾ, ਇਹਦੇ ਮਾਤਾ ਪਿਤਾ ਨਹੀਂ ਹੈਗੇ, ਇਹਨੂੰ ਆਪਣੇ ਨਾਲ ਆਪਣੇ ਲੜ ਲਾ ਲਿਓ, ਆਪਣੇ ਘਰ ਦੇ ਵਿੱਚ ਇਹਨੂੰ ਜਗ੍ਹਾ ਦੇ ਦਿਓ। ਮਹਾਰਾਜ ਕਹਿੰਦੇ ਇਸ ਘਰ ਦੇ ਵਿੱਚ ਕਿਸੇ ਨੂੰ ਰੁਕਿਆ ਨਹੀਂ ਜਾਂਦਾ, ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ। ਇੱਥੇ ਜਿਹੜਾ ਮਰਜੀ ਆਵੇ, ਕਬੀਰ ਜੈ ਦਰਿਆਵਤ ਜਾਤੇ ਅਟਕੈ ਨਾਹੀ, 100 ਦਰ ਕੈਸੇ ਛੋੜਿਆ ਜੋ ਦਰ ਐਸਾ। ਇਸ ਘਰ ਦੇ ਵਿੱਚ ਪੁੱਛਿਆ ਨਹੀਂ ਜਾਂਦਾ ਤੂੰ ਕੌਣ ਹੈ, ਤੇਰੀ ਜਾਤ ਕੀ ਹੈ, ਤੇਰਾ ਨਾਮ ਕੀ ਹੈ, ਇੱਥੇ ਗੱਲ ਨਾਲ ਲਾਇਆ ਜਾਂਦਾ। ਸੋ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਪਹਿੰਦੇ ਖਾਂ ਦੇ ਸਿਰ ਤੇ ਹੱਥ ਰੱਖਦੇ ਆ, ਕਹਿੰਦੇ ਭਾਈ ਸਿੱਖਾਂ ਨੂੰ ਕੋਲ ਬੁਲਾ ਕੇ ਕਹਿੰਦੇ ਆ 15 ਰੁਪਏ ਕਹਿੰਦੇ ਤਨਖਾਹ ਦਿਆ ਕਰਾਂਗੇ ਇਹਨੂੰ ਮਹੀਨੇ ਦੀ। ਇਹਨੂੰ ਸਿੱਖਾਂ ਨੂੰ ਕਹਿੰਦੇ ਇਹਦਾ ਖਾਸ ਖਿਆਲ ਰੱਖਣਾ ਭਾਈ, ਇਹਦਾ ਖਾਸ ਧਿਆਨ ਰੱਖਣਾ, ਇਹਦਾ ਪਹਿੰਦੇ ਖਾਂ ਦਾ। ਇਹਨੂੰ ਦੁੱਧ ਦਹੀਂ ਮੱਖਣ ਘਿਓ ਪ੍ਰਸ਼ਾਦਾ, ਇਹਦਾ ਸਰੀਰ ਜਿਹੜਾ ਇਹਦਾ ਐਨ ਬਣਾਣਾ ਪੂਰਾ। ਸਿੱਖਾਂ ਦੀ ਡਿਊਟੀ ਲਾਤੀ ਮਹਾਰਾਜ ਨੇ। ਹੁਣ ਮਹਾਰਾਜ ਦਾ ਬਚਨ ਸੱਚੇ ਪਾਤਸ਼ਾਹ ਅੱਗੇ ਲੰਘੇ, ਪਹਿੰਦੇ ਖਾਂ ਨੂੰ ਬਚਨ ਕਰਕੇ ਫੌਜ ਦੇ ਵਿੱਚ ਮਹਾਰਾਜ ਨੇ ਰੱਖਿਆ ਸੀਗਾ ਆਪਣੇ ਛੇਵੇਂ ਪਾਤਸ਼ਾਹ ਨੇ। ਅੱਗੇ ਚਲੇ ਗਏ, ਕਈ ਪੜਾਅ ਕਰਦੇ ਹੋਏ ਮਹਾਰਾਜ ਪਹੁੰਚ ਗਏ ਨਾ ਜਦੋਂ ਗੋਰਖ ਮੱਤੇ, ਤਾਂ ਕੀ ਦੇਖ ਰਹੇ ਨੇ ਉਹ ਜਿਹੜੇ ਸਿੱਧ ਸੀਗੇ, ਉਹਨਾਂ ਨੇ ਦੇਖਿਆ ਵੀ ਇਹਦੇ ਨਾਲ ਤਾਂ ਬੜੇ ਬੜੇ ਯੋਧੇ ਨੇ, ਉੱਚੇ ਲੰਬੇ ਜਵਾਨ, ਸ਼ਸਤਰਧਾਰੀ, ਘੋੜਿਆਂ ਤੇ ਸਵਾਰ। ਜਦੋਂ ਹਿਣਕਣਾ ਸੁਣਿਆ ਨਾ ਉਹਨਾਂ ਨੇ ਵੀ ਇਹ ਤਾਂ ਫੌਜਾਂ ਮਹਾਰਾਜ ਦੇ ਨਾਲ ਐਡੇ ਐਡੇ ਜਰਨੈਲ ਆ ਰਹੇ ਨੇ,
ਉੱਥੋਂ ਛੱਡ ਕੇ ਉਸੇ ਟਾਈਮ ਹੀ ਦੌੜ ਗਏ। ਜਾ ਕੇ ਜਿਹੜਾ ਇਹਨਾਂ ਦਾ ਮੁਖੀ ਸੀਗਾ ਗੋਰਖਨਾਥ ਉਹਨੂੰ ਬੇਨਤੀ ਕਰਦੇ ਆ, ਕਹਿੰਦੇ ਉੱਥੇ ਗੁਰੂ ਆਇਆ, ਸ਼ਸਤਰ ਧਾਰੀ ਹੈ, ਘੋੜ ਤੇ ਸਵਾਰ ਹੈ, ਉਹ ਕਬਜ਼ਾ ਕਰ ਲੇਗਾ, ਚਲੋ ਜਾ ਕੇ ਆਪਾਂ ਉਹਦੇ ਨਾਲ ਲੜਦੇ ਹਾਂ, ਯੁੱਧ ਕਰਦੇ ਹਾਂ ਉਹਦੇ ਨਾਲ, ਉਹਨੂੰ ਭਜਾ ਦਾਂਗੇ ਆਪਾਂ ਇੱਥੋਂ। ਹੁਣ ਉਹ ਜਾਣਦਾ ਸੀਗਾ ਗੁਰੂ ਨਾਨਕ ਦੀ ਅਜ਼ਮਤ ਨੂੰ। ਉਹ ਕਹਿੰਦਾ ਉਹ ਗੁਰੂ ਤੁਹਾਡੇ ਕੋਲੋਂ ਕਿਸੇ ਤਰ੍ਹਾਂ ਵੀ ਤੁਸੀਂ ਉਹਨੂੰ ਹਰਾ ਨਹੀਂ ਸਕਦੇ। ਉਹ ਸਮਝਦੇ ਨਹੀਂ, ਕਹਿੰਦੇ ਨਹੀਂ ਅਸੀਂ ਲੜਾਂਗੇ, ਅਸੀਂ ਉਹਦੇ ਨਾਲ ਜੰਗ ਕਰਾਂਗੇ। ਫਿਰ ਸਮਝ ਗਿਆ, ਕਹਿੰਦਾ ਵੀ ਜਾਓ ਜਾ ਕੇ ਰੋਕ ਲਓ, ਤੁਹਾਡੇ ਤੋਂ ਰੋਕਿਆ ਜਾਂਦਾ ਜੇ। ਤਾਂ ਸਾਧ ਸੰਗਤਾਂ ਨੇ ਜਾ ਕੇ ਆਪਣੀਆਂ ਸ਼ਕਤੀਆਂ ਦਿਖਾਈਆਂ ਛੇਵੇਂ ਪਾਤਸ਼ਾਹ ਮਹਾਰਾਜ ਤੇ। ਸਿੱਖ ਕਹਿੰਦੇ ਮਹਾਰਾਜ ਇਹ ਸ਼ਕਤੀਆਂ ਦਿਖਾਉਂਦੇ ਆ, ਕਦੇ ਆਕਾਸ਼ ਦੇ ਵਿੱਚ ਉੱਡਦੇ ਆ, ਕਦੇ ਅੱਗ ਦੀ ਵਰਖਾ ਕਰਦੇ ਆ, ਕਦੇ ਹਨੇਰੀ ਤੇਜ਼ ਕਰ ਦਿੰਦੇ ਆ, ਕਦੇ ਕੀ। ਮਹਾਰਾਜ ਨੂੰ ਸਿੱਖ ਕਹਿੰਦੇ ਮਹਾਰਾਜ ਜੀ ਕੀ ਕਰ ਰਹੇ ਆ? ਸੱਚੇ ਪਾਤਸ਼ਾਹ ਕਹਿੰਦੇ ਤੁਸੀਂ 5-4 ਮਿੰਟ ਦੇਖੋ, ਆਰਾਮ ਨਾਲ ਸ਼ਾਂਤ ਹੋ ਕੇ ਬੈਠ ਜਾਓ, ਇਹਨਾਂ ਦੀ ਹਾਲਤ ਦੇਖਿਓ ਤੁਸੀਂ ਕੀ ਹੋਣੀ ਹੈ। ਜਦੋਂ ਸ਼ਕਤੀਆਂ ਉਹਨਾਂ ਦੀਆਂ ਹੰਭ ਗਏ, ਧਰਤੀ ਤੇ ਆ ਕੇ ਮੁੱਧੜੇ ਮੂੰਹ ਡਿੱਗੇ, ਆ ਕੇ ਧਰਤੀ ਤੇ ਦੌੜ ਕੇ ਭੱਜ ਗਏ ਉੱਥੋਂ। ਸਿੱਖ ਅਲਮਸਤ ਸੀਗਾ, ਆ ਕੇ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ ਆਪ ਜੀਆਂ ਨੇ। ਜਦੋਂ ਬੇਨਤੀ ਕੀਤੀ ਤਾਂ ਮਹਾਰਾਜ ਨੇ ਜਲ ਮੰਗਵਾ ਕੇ ਉਹ ਜਿਹੜਾ ਪਿੱਪਲ ਸਾੜਿਆ ਸੀ ਨਾ, ਮਹਾਰਾਜ ਦਾ ਇਤਿਹਾਸ ਗੁਰੂ ਨਾਨਕ ਸਾਹਿਬ ਦਾ, ਉਸ ਪਿੱਪਲ ਸਾਰਾ ਉੱਪਰੋਂ ਸੜਿਆ ਹੋਇਆ ਸੀਗਾ। ਮਹਾਰਾਜ ਨੇ ਜਲ ਮੰਗਾ ਕੇ ਉਹਦਾ ਛੱਟਾ ਮਾਰਿਆ, ਵਿੱਚ ਕੇਸਰ ਪਾ ਕੇ। ਤੁਸੀਂ ਅੱਜ ਵੀ ਜਾਓਗੇ ਨਾ, ਉਸ ਪਿੱਪਲ ਦੇ ਜਿਹੜੇ ਪੱਤੇ ਨੇ ਉਹਦੇ ਉੱਤੇ ਪੱਤਿਆਂ ਦੇ ਕੇਸਰ ਦੇ ਨਿਸ਼ਾਨ ਨੇ, ਅੱਜ ਵੀ ਹਰਿਆ ਭਰਿਆ ਕਰ ਦਿੱਤਾ ਉਸੇ ਟਾਈਮ ਹੀ ਛੇਵੇਂ ਪਾਤਸ਼ਾਹ ਨੇ। ਉੱਥੋਂ ਦੀ ਸੰਗਤ ਨੂੰ ਮਹਾਰਾਜ ਨੇ ਹਾਲ ਕਰਕੇ ਚਾਲਾ ਪਾ ਕੇ ਹੌਲੀ ਹੌਲੀ ਪੜਾਅ ਕਰਦੇ ਹੋਏ ਪਹੁੰਚੇ ਭਾਈ ਕੀ ਡਰੋਲੀ। ਹੁਣ ਮਹਾਰਾਜ ਜੀ ਘੋੜੇ ਤੇ ਸਵਾਰ ਨੇ, ਅੱਗੇ ਪਿੱਛੇ ਫੌਜਾਂ ਨੇ, ਤੇ ਜਦੋਂ ਮਹਾਰਾਜ ਤੁਰਦੇ ਸੀਗੇ ਅੱਗੇ ਅੱਗੇ ਨਗਾਰੇ ਵੱਜਦੇ ਸੀਗੇ, ਕੜਤਾਲਾਂ ਖੜਕਦੀਆਂ, ਜਿਵੇਂ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਏ ਆ, ਕੜਤਾਲ ਵੱਜਦੀ, ਅੱਗੇ ਜਲ ਛਿੜਕਿਆ ਜਾਂਦਾ, ਜਲ ਦਾ ਛਿੜਕਾਅ ਹੋ ਰਿਹਾ, ਨਰਸਿੰਘੇ ਵੱਜ ਰਹੇ ਨੇ, ਨਗਾਰੇ ਵੱਜ ਰਹੇ ਨੇ। ਤੇ ਮਹਾਰਾਜ ਹੌਲੀ ਹੌਲੀ ਤੁਰਦੇ ਤੁਰਦੇ ਜਦੋਂ ਸਾਈਂ ਦਾਸ ਦੇ ਨਗਰ ਭਾਈ ਕੀ ਡਰੋਲੀ ਪਹੁੰਚੇ ਨਾ, ਤੇ ਸਾਰੇ ਪਿੰਡ ਦੀ ਸੰਗਤ ਜਿਹੜੀ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਕਰਨ ਵਾਸਤੇ ਨਗਰ ਦੀ ਫਿਰਨੀ ਤੇ ਇਕੱਠੀ ਹੋਈ ਹੈ। ਨਮਸਕਾਰਾਂ ਕਰਕੇ ਹੌਲੀ ਹੌਲੀ ਜਦੋਂ ਭਾਈ ਸਾਈਂ ਦਾਸ ਦੇ ਗ੍ਰਹਿ ਵਿਖੇ ਪਹੁੰਚੇ, ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀਆਂ ਨੇ ਕਿਰਪਾ ਕੀਤੀ ਹੈ, ਗਰੀਬ ਨੂੰ ਕੁੱਲੀ ਬਖਸ਼ੀ ਹੈ ਜਿਹੜੀ, ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ, ਇਹ ਸਾਰਾ ਕੁਝ ਤੇਰਾ ਏ ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਇਹਦਾ ਤੇਰਾ ਹੀ ਸੀਗਾ ਮਹਾਰਾਜ। ਹੁਣ ਕਿਰਪਾ ਕਰੋ, ਸੰਗਤ ਸਾਰੀ ਉਡੀਕ ਰਹੀ, ਆਪ ਜੀ ਚਰਨ ਪਾ ਦਿਓ। ਛੇਵੇਂ ਪਾਤਸ਼ਾਹ ਮਹਾਰਾਜ ਨੇ ਬੇਨਤੀ ਸਵੀਕਾਰ ਕਰਕੇ ਜਿਹੜੇ ਭਾਈ ਸਾਈਂ ਦਾਸ ਨੇ ਘਰ ਮਕਾਨ ਬਣਾਏ ਸੀਗੇ, ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾਏ ਉਹਦੇ ਵਿੱਚ। ਸੋ ਚਰਨ ਪਾਏ ਮਹਾਰਾਜ ਜੀ ਨੇ, ਤੇ ਉਹ ਸਾਰਾ ਜਿਹੜਾ ਗ੍ਰਹਿ ਹੈ ਸਾਰਾ ਪਵਿੱਤਰ ਹੋ ਗਿਆ। ਉਸ ਸਮੇਂ ਜਿਵੇਂ ਮਹਾਰਾਜ ਦਾ ਬਚਨ ਪੜਿਆ ਨਾ ਆਪਾਂ, ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਸੱਚੇ ਪਾਤਸ਼ਾਹ ਮਹਾਰਾਜ ਭਾਈ ਸਾਈਂ ਦਾਸ ਨੂੰ ਬਚਨ ਕਰਦਿਆਂ ਕਹਿੰਦੇ, ਭਾਈ ਸਾਈਂ ਦਾਸ ਇਹ ਜਗ੍ਹਾ ਜਿਹੜੀ ਹੈ ਬੜੀ ਸੋਭਨੀਕ ਹੈ, ਬੜੀ ਪਵਿੱਤਰ ਹੈ, ਜਿੱਥੇ ਤੇਰੇ ਵਰਗੇ ਸਿੱਖ ਰਹਿ ਕੇ ਰੱਬ ਦੇ ਆਸੇ ਦੇ ਅਨੁਸਾਰ ਬੰਦਗੀ ਕਰਦੇ ਆ। ਭਲੀ ਸੁਹਾਵੀ ਛਾਪਰੀ ਜਾਮੇ ਗੁਣ ਗਾਏ, ਕਿਤੇ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਛੇਵੇਂ ਪਾਤਸ਼ਾਹ ਬਚਨ ਕਰਦੇ ਨੇ। ਆਓ ਇਹ ਸ਼ਬਦ ਪੜ੍ਹ ਕੇ, 11:45 ਵਜੇ ਤੱਕ ਹੁਕਮ ਸੀਗਾ ਪਰਿਵਾਰ ਦਾ, ਸੋ 10 ਮਿੰਟ ਬਾਕੀ ਰਹਿ ਗਿਆ। ਆਓ ਇਹ ਸ਼ਬਦ ਪੜ੍ਹ ਕੇ ਫਿਰ ਆਪਾਂ ਗੁਰਸਤੋਤਰ ਪੜਾਂਗੇ। ਜਿੱਥੇ ਬੈਠ ਕੇ ਹਰੀ ਦੇ ਗੁਣ ਗਾਈਏ, ਭਲੀ ਐ ਸੁਹਾਵੇ ਛਪਰੀ। ਜਿੱਥੇ ਬੈਠ ਕੇ ਹਰੀ ਦੇ ਗੁਣ ਗਾਈਏ, ਭਲੀ ਐ ਸੁਹਾਵੇ ਛਪਰੀ। ਗਾਈਏ ਹਰੀ ਦੇ ਗੁਣ ਗਾਈਏ, ਭਲੀ ਐ ਸੁਹਾਵੀ ਛਪਰੀ। ਜਿੱਥੇ ਬੈਠ ਕੇ ਹਰੀ ਦੇ ਗੁਣ ਗਾਈਏ, ਭਲੀ ਐ ਸੁਹਾਵੀ ਛਪਰੀ।
सो छेवें पातशाह महाराज ने बचन किता, भाई साईं दास नु भाई धन है ये नगरी जिथे तेरे वर्गे बीत राह गुरसिख रह के बंदगी करदे सिमरन करदे स्वाओ। सतगुरां ने पार मेरी किरपा रहमत बख्शिश कीती है। गुरमुख परिवार उत्ते सोहणे महल सोहरे घर बख्शिश कीते हन। अकाल पुरख वाहिगुरू दीआं दातां बख्शियां भी। सतगुर सच्चे पातशाह जी का शुकराना करने वास्ते परिवार ने श्री अखंड पाठ साहिब आरंभ करवाए सन। कोटान कोट शुकराना गुरु ग्रंथ साहिब महाराज का, जिन्हां ने किरपा करके अपने चरणों के विच बैठण का सत्संगत करन का सुभाग बख्शिश किया है। पाठी सिंघां का सारिआं दा धन्नवाद, जिन्हां ने गुरबाणी के पाठ संगत नूं सरवण कराए हैं। सारियां संगतां दा तहे दिलों धन्नवाद परिवार वल्लों जथे वल्लों, जिन्हां ने परिवार दे दित्ते वे सद्दे मुताबक आके सत्संगत की घड़ियां का आनंद माणिया। स्वाओ। गुरु स्तोत्र पढ़िया जाएगा। सारियां संगतां गज वज के बोलण की कृपालता करनी है। धन है धन है धन है गुरु नानक देव साहिब धन है। धन है धन है धन है श्री गुरु अंगद देव जी धन है। धन है धन है गुरु अमरदास साहिब धन है। धन है धन है धन है श्री गुरु रामदास साहिब धन है। धन है धन है धन है गुरु अर्जन देव जी धन है। धन है धन है धन है श्री गुरु हरगोबिंद साहिब धन है। धन है धन है गुरु हर राय साहिब जी धन है। धन है धन है श्री हर कृष्ण साहिब धन है। धन है धन है गुरु तेग बहादुर साहिब धन है। धन है धन है गुरु गोबिंद सिंह साहिब धन है। धन है धन है गुरु ग्रंथ साहिब जी धन है। धन है धन है श्री साध संगत जी धन है। सतनाम श्री वाहिगुरु वो, सतनाम श्री वाहिगुरु वो। वाहिगुरु 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 वो। पवन गुरु पाणी पिता माता तरस महत। चंगियाई बुरियाई वाचा धर्म हजूर। जिन्हें नाम ते आया गए मसकत काल। जिन्हें नाम ते आया गए मसकत काल। वाहिगुरु जी का खालसा वाहिगुरु जी की फतेह।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਹਮਾਰੀ ਜੀਉ ਪਿੰਡੋ ਸਭ ਤੇਰਾ ਕਹੋ ਨਾਨਕ ਸਭ ਤੇਰੀ